हर कृष्ण मनाए बहुरी। तेग बहादुर परम कृपाला सतगुर परम कृपाला। श्री गुरु गोविंद सिंह विशाला। तारों तारा पर पुन पुन सी साजी पुन पुन सीसा बंदों बार बार जगदीसा। दे पंजाब ते तुरत निकास महोर न आवन की रखयास। गरजै पंथ फेर टिक राजू प्रगटै वीर सिंह सुख राजू। वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब पातशाह जियां दी पावन पवित्र हजूरी अंदर सुभाएमान हो रही गुरु की संगत। धन गुरु गोबिंद सिंह महाराज जी आने वाले समय के बाबत संगतां दे नाल भजन कर रहे। सतगुरु दस रहे सन भी औरंगजेब ने राज किवें लिया है, औरंगजेब का राज किवें नाश होवेगा। अहमद शाह दुरानी वर्गे जां अहमद शाह अबदाली वर्गे जिहड़े राजे ने वो किस तरह हिंदुस्तान के उपर हमला करनगे, मथुरा शहर किवें लुटिया जाएगा। ये सारे बचन महाराज साहब जियां ने संगत दे विच सरवण करवाए। इतिहास प्रसंग आपां पिछे सरवण कर आए। जिवें अगे इतिहास की लड़ी प्रारंभ हो रही है, आओ मन के ध्यान नूं टका के भावना दे नाल अमृत बचन सरवण करिए। मिल के आखिए सतनाम श्री वाहिगुरु साहिब जी। मम घर बिगड़ै दोष कनेरा। सतगुरु पातशाह कहन लगे कि फिर जो साडा घर है श्री हरमंदर साहिब, फिर उहदे नाल ये जिहड़े मुगल ने ये बिगड़ जाणगे। पठान भाव यह है भी श्री हरमंदर साहब ते हमला करनगे, श्री हरमंदर साहब जी नूं हटाया जाएगा, अमृत सरोवर नूं पूरिया जाएगा। जदों ये वड्डा पाप अहमद शाह वर्गे करनगे उदों फिर सतगुरु कहन लगे हाँ लगा है मूड को मिनसै फेरा। सतगुरु पातशाह कहन लगे फिर इस मूर्ख अहमद शाह अबदाली नूं पाप लगेगा। ते फिर उस पाप दे करके नादर शाह वर्गे अबदाली वर्गे जिहड़े ने अपने इस पाप करके खत्म हो जाणगे, नाश हो जाणगे। रचियो अकाल खालसा बली। जिहड़ा खालसा पंथ है ये अकाल पुरख दी फौज है। प्रगटियो खालसा परमात्म की मौज। अकाल पुरख दी मौज मर्जी दे नाल इच्छा दे नाल ये खालसा पंथ पैदा होया है। ते सतगुरु पातशाह कहन लगे जिहड़ा असीं पंथ रचिया है ना ये बहुत भारी बल वाला है, बड़ा बली है। हथ लै हैं तिसको बिद भली। अते साडा खालसा बड़े चंगे तरीके दे नाल इस अबदाली नूं जां नादर शाह नूं फिर हथ लवेगा, भाव के नाश कर देवेगा। भावें कि ये राजे हिंदुस्तान नूं लुट लैणगे और हिंदुस्तान दे विचों कोई ऐसा राजा नहीं जिहड़ा इन्हां दा मुकाबला कर सके। पर महाराज कहन लगे साडा खालसा इन्ने बल वाला है
ਜਦੋਂ ਇਹ ਪੰਜਾਬ ਦੇ ਵਿੱਚੋਂ ਲੰਘਣਗੇ ਤੇ ਉਸ ਵੇਲੇ ਇਹਨਾਂ ਦੇ ਮਨਸੂਬੇ ਜਿਹੜੇ ਨੇ ਉਹ ਸਿਰੇ ਨਹੀਂ ਚੜਿਆ ਕਰਨਗੇ। ਸਾਡੇ ਖਾਲਸੇ ਨੇ ਇਹਨਾਂ ਨੂੰ ਮਾਰ ਲੈਣਾ ਹੈ। ਦੇ ਪੰਜਾਬ ਤੇ ਤੁਰਤ ਨਿਕਾਸ। ਤੇ ਇਹ ਜਿਹੜਾ ਪੰਜਾਬ ਦੇਸ਼ ਹੈ ਨਾ, 5 ਆਬ 5 ਦਰਿਆਵਾਂ ਦੀ ਧਰਤੀ, 5 ਪਾਣੀਆਂ ਦੀ ਧਰਤੀ, ਇਹਦੇ ਵਿੱਚੋਂ ਫਿਰ ਸਾਡੇ ਖਾਲਸੇ ਨੇ ਇਹਨਾਂ ਮੁਗਲਾਂ ਨੂੰ ਜਾਂ ਪਠਾਨਾਂ ਨੂੰ ਬਾਹਰ ਕੱਢ ਦੇਣਾ ਹੈ। ਬਹੁਰ ਨਾਬਨ ਕੀ ਰੱਖੇ ਆਸ। ਅਤੇ ਦੁਬਾਰਾ ਫਿਰ ਆ ਨਹੀਂ ਸਕਣਗੇ, ਆਸ ਰਵੇਗੀ ਕੋਈ ਨਹੀਂ। ਗੁਰਮੁਖੋ ਖਾਲਸੇ ਪੰਥ ਨੇ ਫਿਰ ਐਸੇ ਮਹਾਨ ਜੰਗ ਕੀਤੇ। ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਕਾਹਨੂੰਵਾਨ ਦੀ ਛੰਭ ਵਿਖੇ ਹੋਇਆ। ਵੱਡਾ ਜਿਹੜਾ ਹੈ ਕੋਪਰ ਹੀੜੇ ਦੀ ਜਗ੍ਹਾ ਤੇ ਘੱਲੂਘਾਰਾ ਹੋਇਆ। ਉਸ ਤੋਂ ਬਾਅਦ ਵਿੱਚ ਪੰਥ ਜਿਹੜਾ ਇਕੱਤਰਤ ਹੋ ਕੇ ਉਸ ਵੇਲੇ ਵੱਖਰੀਆਂ ਵੱਖਰੀਆਂ ਮਿਸਲਾਂ ਬਣੀਆਂ ਅਤੇ ਉਹਨਾਂ ਮਿਸਲਾਂ ਨੇ ਥਾਵਾਂ ਥਾਵਾਂ ਤੇ ਕੁਰਬਾਨੀਆਂ ਕਰਦਿਆਂ ਔਰ ਜੰਗ ਕਰਦਿਆਂ ਹੋਇਆਂ ਫਿਰ ਖਾਲਸਾ ਰਾਜ ਦੀ ਸਥਾਪਨਾ ਕੀਤੀ। ਮਹਾਰਾਜਾ ਰਣਜੀਤ ਸਿੰਘ ਦੇ ਰੂਪ ਦੇ ਵਿੱਚ ਰਾਜ ਫਿਰ ਕਹਿਣ ਲੱਗੇ ਪੰਜਾਬ ਦੀ ਧਰਤੀ ਤੇ ਹੋਇਆ। ਸਰਦਾਰ ਹਰੀ ਸਿੰਘ ਨਲੂਏ ਵਰਗਿਆਂ ਨੇ ਸੋ ਜਮਰੌਦ ਦਾ ਕਿਲਾ ਬਣਾਇਆ, ਜਿੱਥੋਂ ਇਹ ਪਠਾਨ ਲੰਘ ਕੇ ਆਉਂਦੇ ਸਨ ਹਿੰਦੁਸਤਾਨ ਨੂੰ ਲੁੱਟਣ ਵਾਸਤੇ। ਉਹ ਦਰਵਾਜ਼ਾ ਹੀ ਸਰਦਾਰ ਹਰੀ ਸਿੰਘ ਨਲੂਏ ਨੇ ਬੰਦ ਕਰ ਦਿੱਤਾ। ਉੱਥੇ ਕਿਲਾ ਬਣਾ ਕੇ ਆਪਣੀ ਛਾਉਣੀ ਬਣਾ ਲਈ। ਸਦਾ ਵਾਸਤੇ ਉਹ ਜਿਹੜੇ ਪਠਾਨ ਸਨ ਉਹਨਾਂ ਨੂੰ ਹਿੰਦੁਸਤਾਨ ਤੋਂ ਹਮਲਾ ਕਰਨ ਤੋਂ ਲੱਕ ਤੋੜ ਦਿੱਤਾ। ਇੰਨਾ ਭਿਆਨਕ ਡਰ ਸਰਦਾਰ ਹਰੀ ਸਿੰਘ ਨਲੂਏ ਦਾ ਇਹਨਾਂ ਦੇ ਮਨ ਵਿੱਚ ਹੈ ਕਿ ਜਦੋਂ ਕਿਸੇ ਪਠਾਨੀ ਦਾ ਬੱਚਾ ਰੋਂਦਾ ਉਹ ਪਠਾਨੀ ਮਾਂ ਇਹ ਗੱਲ ਕਹਿੰਦੀ ਆਪਣੇ ਪੁੱਤਰ ਨੂੰ ਕਿ ਬੱਚਿਆ ਚੁੱਪ ਕਰ ਜਾ, ਨਹੀਂ ਤੇ ਨਲੂਆ ਆ ਜਾਏਗਾ। ਇੰਨਾ ਡਰ, ਇੰਨਾ ਖੌਫ ਸਰਦਾਰ ਹਰੀ ਸਿੰਘ ਨਲੂਏ ਨੇ ਇਹਨਾਂ ਦੇ ਮਨਾਂ ਵਿੱਚ ਪੈਦਾ ਕੀਤਾ ਔਰ ਆਪਣੀ ਜਾਨ ਬਚਾਉਣ ਵਾਸਤੇ ਇਹ ਜਿਹੜੇ ਪਠਾਨ ਸਨ ਜਨਾਨੀਆਂ ਦੇ ਵਾਂਗ, ਔਰਤਾਂ ਦੇ ਵਾਂਗ, ਪਠਾਨੀ ਔਰਤਾਂ ਦੇ ਵਾਂਗ ਬੁਰਕਾ ਪਾ ਲੈਂਦੇ, ਔਰਤਾਂ ਦੇ ਵਾਂਗ ਹੀ ਥੱਲਿਓਂ ਸਲਵਾਰ ਪਾ ਲੈਂਦੇ, ਕਿਉਂਕਿ ਬੁਰਕਾ ਪਾ ਕੇ ਪਤਾ ਲੱਗ ਜਾਂਦਾ ਕਿ ਇਹ ਔਰਤ ਹੈ ਕਿ ਮਰਦ ਹੈ। ਸੋ ਆਪਣਾ ਆਪ ਲੁਕਾਉਣ ਵਾਸਤੇ ਸਲਵਾਰਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਸਰਦਾਰ ਨੂੰ ਇਹ ਭੁਲੇਖਾ ਪੈ ਜਾਵੇ ਵੀ ਇਹ ਔਰਤ ਹੈ, ਇਹ ਮਰਦ ਨਹੀਂ ਹੈ, ਤੇ ਫਿਰ ਹਮਲਾ ਨਾ ਹੋਣਾ, ਜਾਨ ਬਚ ਜਾਣੀ। ਇਸ ਤਰ੍ਹਾਂ ਉਹਨਾਂ ਪਠਾਨਾਂ ਨੂੰ ਸਲਵਾਰਾਂ ਪਾਉਣ ਤੇ ਸਰਦਾਰ ਹਰੀ ਸਿੰਘ ਨਲੂਏ ਨੇ ਮਜਬੂਰ ਕੀਤਾ। ਅੱਜ ਵੀ ਉਹ ਪਠਾਨੀ ਸਲਵਾਰਾਂ ਜਿਹੜੀਆਂ ਨੇ ਬੜੀਆਂ ਮਸ਼ਹੂਰ ਨੇ, ਜਿਨ੍ਹਾਂ ਨੂੰ ਪਠਾਨੀ ਸਲਵਾਰ ਕਿਹਾ ਜਾਂਦਾ ਹੈ। ਅਸਲ ਵਿੱਚ ਸਰਦਾਰ ਹਰੀ ਸਿੰਘ ਨਲੂਏ ਦੀ ਤਲਵਾਰ ਤੋਂ ਡਰਦਿਆਂ ਉਹਨਾਂ ਲੋਕਾਂ ਨੇ ਜਾਨ ਬਚਾਉਣ ਵਾਸਤੇ ਉਹ ਸਲਵਾਰਾਂ ਪਾਈਆਂ। ਅੱਜ ਉਹਨਾਂ ਸਲਵਾਰਾਂ ਦਾ ਫੈਸ਼ਨ ਬਣ ਗਿਆ। ਸਾਡੇ ਚੰਗੇ ਚੰਗੇ ਸਰਦਾਰ ਔਰ ਨੌਜਵਾਨ ਜਿਹੜੇ ਨੇ ਉਹ ਪਠਾਨੀ ਸਲਵਾਰਾਂ ਪਾ ਕੇ ਫਖਰ ਮਹਿਸੂਸ ਕਰਦੇ ਵੀ ਅਸੀਂ ਇਹ ਬੜਾ ਸੋਹਣਾ ਲਿਬਾਸ ਪਾਇਆ ਹੈ, ਫੈਸ਼ਨ ਕੀਤਾ ਹੈ। ਪਰ ਉਹ ਇੱਕ ਗੁਲਾਮੀ ਦੀ ਨਿਸ਼ਾਨੀ, ਜਾਨ ਬਚਾਉਣ ਵਾਸਤੇ ਹਰੀ ਸਿੰਘ ਨਲੂਏ ਤੋਂ ਉਹਨਾਂ ਨੇ ਐਸੇ ਪਹਿਰਾਵੇ ਪਹਿਨੇ ਜਿਹਨੂੰ ਅੱਜ ਅਸੀਂ ਫੈਸ਼ਨ ਸਮਝੀ ਬੈਠੇ ਹਾਂ। ਰੋ ਵਿਚਾਰ ਮਹਾਰਾਜ ਕਹਿ ਰਹੇ ਨੇ, ਕਹਿੰਦੇ ਸਾਡਾ ਖਾਲਸਾ ਇਸ ਤਰ੍ਹਾਂ ਦਾ ਰਾਜ ਕਾਇਮ ਕਰੇਗਾ ਕਿ ਇਹ ਪਠਾਨ ਬਾਅਦ ਵਿੱਚ ਹਮਲਾ ਕਰਨ ਦੇ ਯੋਗ ਹੀ ਨਹੀਂ ਰਹਿ ਜਾਣਗੇ। ਐਸੀ ਇਹਨਾਂ ਦੀ ਹਾਲਤ ਹੋਣੀ ਹੈ। ਗਰਜ ਹੈ ਪੰਥ ਫੇਰ ਟਿਕ ਰਾਜੂ। ਤੇ ਸਾਡਾ ਪੰਥ ਫਿਰ ਗੱਜੇਗਾ ਤੇ ਖਾਲਸਾ ਰਾਜ ਉਸ ਵੇਲੇ ਟਿਕ ਜਾਣਾ ਹੈ। ਪ੍ਰਗਟੈ ਵੀਰ ਸਿੰਘ ਸੁਖ ਰਾਜੂ। ਤੇ ਇਸ ਤਰ੍ਹਾਂ ਕਹਿਣ ਲੱਗੇ ਵੀ ਬੜੇ ਬੜੇ ਸੂਰਮੇ ਜਿਹੜੇ ਨੇ ਉਸ ਵੇਲੇ ਫਿਰ ਪ੍ਰਗਟ ਹੋਣਗੇ, ਪੈਦਾ ਹੋਣਗੇ। ਧਰਤੀ ਦੇ ਰਾਜ ਦਾ ਸੁਖ ਇਹਨਾਂ ਨੇ ਮੰਨਣਾ ਹੈ। ਕਥਾ ਭਿਵੇਖਿਅਤ ਗੁਰੂ ਸੁਣਾਈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਆਉਣ ਵਾਲੇ ਸਮੇਂ ਦੀ ਜਿਹੜੀ ਕਥਾ ਹੈ ਨਾ, ਜਿਵੇਂ ਜਿਵੇਂ ਸੰਗਤਾਂ ਸਿੱਖ ਪੁੱਛਦੇ ਵੀ ਮਹਾਰਾਜ ਸਮਾਂ ਕਿਵੇਂ ਦਾ ਆਵੇਗਾ, ਕੀ ਹੋਵੇਗਾ, ਉਹ ਸਾਰੇ ਬਚਨ ਮਹਾਰਾਜ ਇੱਥੇ ਸੁਣਾਉਂਦੇ ਪਏ ਹਨ। ਪਠਨ ਸੁਨਨ ਬਾ ਪੁੰਨ ਉਪਾਈ। ਜਿਹੜਾ ਵੀ ਇਸ ਕਥਾ ਨੂੰ ਪੜ੍ਹੇਗਾ, ਜਿਹੜਾ ਇਸ ਕਥਾ ਨੂੰ ਸੁਣੇਗਾ, ਕਹਿਣ ਲੱਗੇ ਵੱਡਾ ਭਾਰੀ ਪੁੰਨ ਉਸ ਨੂੰ ਪ੍ਰਾਪਤ ਹੋਵੇਗਾ। ਸਹਿਜ ਸੁਭਾਏ ਪ੍ਰਭੂ ਚਲਿਆ। ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਹ ਸਾਰਾ ਬਚਨ ਬਿਲਾਸ ਕਰਕੇ ਸੰਗਤਾਂ ਦੇ ਨਾਲ ਫਿਰ ਮਹਾਰਾਜ ਸਤਲੁਜ ਦਰਿਆ ਦੇ ਕੰਢੇ ਤੇ ਬੈਠੇ ਹੋਏ ਸਨ। ਜਦੋਂ ਬਚਨ ਕਰਦੇ ਪਏ ਉਥੋਂ ਚੱਲ ਕੇ ਫਿਰ ਮਹਾਰਾਜ ਆ ਗਏ ਹਨ। ਸੁੰਦਰ ਸਦਨ ਪ੍ਰਵੇਸ਼ ਸੁਹਾਏ। ਬੜੇ ਸੋਹਣੇ ਘਰ ਦੇ ਵਿੱਚ ਮਹਾਰਾਜ ਸਾਹਿਬ ਜੀ ਉਸ ਵੇਲੇ ਪ੍ਰਵੇਸ਼ ਹੋਏ ਹਨ। ਕੀ ਹਰ ਜਥਾ ਕੰਦਰਾ ਵਿਖੇ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਜਿਸ ਤਰ੍ਹਾਂ ਕੋਈ ਵੱਡਾ ਭਿਆਨਕ ਸ਼ੇਰ ਆਪਣੀ ਕੰਦਰਾ ਦੇ ਵਿੱਚ
ਆਪਣੀ ਗੁਫਾ ਦੇ ਵਿੱਚ ਜਾਂ ਆਪਣੇ ਘੁਰਨੇ ਵਿੱਚ ਜਿਸ ਤਰ੍ਹਾਂ ਕੋਈ ਸੋ ਵੱਡਾ ਸ਼ੇਰ ਜਾ ਕੇ ਬਰਾਜਦਾ ਹੈ, ਬੈਠਦਾ ਹੈ। ਜਿਤ ਕਿਤ ਤੇਰੇ ਪਗਨ ਇਮ ਪਿਖੈ। ਇਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਘਰ ਦੇ ਵਿੱਚ ਆ ਕੇ ਬਰਾਜੇ। ਸਤਿਗੁਰੂ ਪਾਤਸ਼ਾਹ ਜੀਆਂ ਦਾ ਭੈ ਸ਼ੇਰ ਦੇ ਵਾਂਗ ਹੈ, ਜਿੱਧਰ ਕਿੱਧਰ ਵੀ ਦੁਸ਼ਮਣ ਮਹਾਰਾਜ ਦੇ ਭੈ ਤੋਂ ਡਰਦੇ ਹਨ। ਸੁਪਤ ਜਥਾ ਸੁਖ ਰਾਤ ਬਿਤਾਈ। ਮਹਾਰਾਜ ਨੇ ਬੜੇ ਸੁਖਾਂ ਦੇ ਨਾਲ ਰਾਤ ਸੌਂ ਕੇ ਬਤੀਤ ਕੀਤੀ। ਸਭ ਸੰਗਤ ਸੁਨ ਸੁਨ ਵਿਸਮਾਈ। ਤੇ ਸਾਰੀਆਂ ਸੰਗਤਾਂ ਇਹ ਬਚਨ ਸੁਣਦੀਆਂ ਪਈਆਂ ਜੋ ਮਹਾਰਾਜ ਨੇ ਸੁਣਾਏ ਨਾ ਬਚਨ ਆਉਣ ਵਾਲੇ ਸਮੇਂ ਦੇ। ਇਹ ਬੜੇ ਅਤਭੁਤ ਬਚਨ ਸੰਗਤਾਂ ਸੁਣ ਕੇ ਹੈਰਾਨ ਹੁੰਦੀਆਂ ਹਨ। ਦੋਹਰਾ ਪ੍ਰਾਤ ਸੌਚ ਮੱਜਨ ਕਰੇ ਅਲੰਕਾਰ ਕੋ ਧਾਰ। ਅਗਲਾ ਦਿਨ ਚੜਿਆ ਹੈ, ਮਹਾਰਾਜ ਸਾਹਿਬ ਜੀਆਂ ਨੇ ਇਸ਼ਨਾਨ ਪਾਨ ਕੀਤਾ, ਸੋਹਣੇ ਬਸਤਰ ਤਨ ਤੇ ਸਾਜੇ ਹਨ। ਹੀਰੇ ਮੁਕਤਾ ਗੋਲ ਜੇ ਸੋਹਤ ਸੇ ਤਿਉਦਾਰ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੇ ਸੋਹਣੇ ਹੀਰੇ ਤੇ ਮੋਤੀਆਂ ਦੀ ਸੋਹਣੀ ਮਾਲਾ ਜਿਹੜੀ ਹੈ ਉਹ ਗਲ ਵਿੱਚ ਪਹਿਨੀ ਹੈ। ਜਿਹੜੇ ਮੋਤੀ ਚਿੱਟੇ ਰੰਗ ਦੇ ਬੜਾ ਉਜਲ ਪ੍ਰਕਾਸ਼ ਕਰਦੇ, ਬੜੇ ਸੋਹਣੇ ਲੱਗਦੇ ਹਨ। ਨਿਸ਼ਾਨੀ ਸਿਆੰਦ ਸੇ ਧਰੈ ਦਸਤਾਰ ਸਿਰ ਜਾਮਾ ਗਰ ਸੇਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੱਜ ਆਪਣੇ ਸੀਸ ਦੇ ਉੱਪਰ ਚਿੱਟੇ ਰੰਗ ਦੀ ਦਸਤਾਰ ਮਹਾਰਾਜ ਨੇ ਬੱਧੀ ਹੈ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚਿੱਟੇ ਰੰਗ ਦੀ ਸੋਹਣੀ ਦਸਤਾਰ ਸਿਰ ਤੇ ਸਜਾਈ ਹੈ ਅਤੇ ਚਿੱਟੇ ਰੰਗ ਦੇ ਬਸਤਰ ਜਾਂ ਕਹਿ ਲਈਏ ਚੋਲਾ ਜਿਹੜਾ ਮਹਾਰਾਜ ਸਾਹਿਬ ਜੀ ਨੇ ਪਾਇਆ, ਚਿੱਟੇ ਰੰਗ ਦਾ ਸੁੰਦਰ ਚੋਲਾ ਆਪਣੇ ਤਨ ਦੇ ਉੱਪਰ ਪਹਿਨਿਆ ਹੈ। ਸੇਤ ਦੁਕੂਲ ਸਫੂਲ ਸੇਤ ਕਜ ਸੇਤ ਸਮੇਤਾ। ਸੋ ਕਹਿਣ ਲੱਗੇ ਚਿੱਟੇ ਫੁੱਲਾਂ ਵਾਲਾ ਚਿੱਟਾ ਰੇਸ਼ਮੀ ਕੱਪੜਾ, ਕਹਿਣ ਲੱਗੇ ਵੀ ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪਣੇ ਗਲ ਦੇ ਵਿੱਚ ਪਹਿਨਿਆ ਹੈ, ਜਿਸ ਦੇ ਉੱਪਰ ਬੜੇ ਸੋਹਣੇ ਫੁੱਲਾਂ ਦੀ ਕਢਾਈ ਹੈ। ਉਡਗਨ ਮੈਂ ਪੂਰਨ ਸਸੀ ਜਿਮ ਸੇਤ ਸੁਹਾਵੈ। ਸੋ ਕਹਿਣ ਲੱਗੇ ਜਿਸ ਤਰ੍ਹਾਂ ਤਾਰਿਆਂ ਦੇ ਵਿੱਚ ਚੰਦਰਮਾ ਸ਼ੋਭਾ ਪਾਉਂਦਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਸ ਤਰ੍ਹਾਂ ਆਪਣੇ ਸਿੱਖਾਂ ਵਿੱਚ ਸ਼ੋਭਾ ਪਾ ਰਹੇ। ਸੋ ਇਸ ਤਰ੍ਹਾਂ ਮਹਾਰਾਜ ਜੀਆਂ ਦੀ ਸ਼ੋਭਾ ਹੈ, ਐਸੀ ਸ਼ੋਭਾ ਨੂੰ ਪ੍ਰਾਪਤ ਹਨ। ਤਿਮ ਬੈਠੇ ਸਭ ਸਵਾ ਕੇ ਸੇਵਕ ਮਨ ਭਾਵੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੇ ਦੀਵਾਨ ਵਿੱਚ ਆ ਕੇ ਬੈਠੇ, ਸੰਗਤਾਂ ਬੈਠੀਆਂ ਹੋਈਆਂ, ਸਤਿਗੁਰੂ ਭਾਰੀ ਸ਼ੋਭਾ ਨੂੰ ਪ੍ਰਾਪਤ ਕਰ ਰਹੇ ਹਨ। ਪੀਤ ਨਿਕਟ ਇੱਕ ਸਭਾ ਕੇ ਨਿਤ ਲੇਪੈ ਸੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਕਹਿਣ ਲੱਗੇ ਭੀਤ ਨਿਕਟ ਇੱਕ ਸਭਾ ਕੇ, ਜਿੱਥੇ ਮਹਾਰਾਜ ਦਾ ਦੀਵਾਨ ਹੈ ਨਾ, ਕਹਿਣ ਲੱਗੇ ਵੀ ਇੱਥੇ ਇੱਕ ਕੰਧ ਹੈ ਤੇ ਉਸ ਕੰਧ ਨੂੰ ਕਹਿਣ ਲੱਗੇ ਲਿਪਿਆ ਜਾਂਦਾ ਹੈ। ਗੁਰ ਆਗੈ ਨ ਲਿਪੀ ਸੋ ਆਏ ਪਹਿਲੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆ ਕੇ ਬਿਰਾਜੇ ਤੇ ਕਹਿਣ ਲੱਗੇ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਉਸ ਕੰਧ ਨੂੰ ਲਿਪਿਆ ਨਹੀਂ ਗਿਆ। ਜਦੋਂ ਗੁਰੂ ਪਾਤਸ਼ਾਹ ਜੀ ਬੈਠਿਆਂ ਹੀ ਲਿਪਣ ਲੱਗਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਵੇਖਿਆ ਉਹ ਕੰਧ ਮਹਾਰਾਜ ਦੇ ਬਿਰਾਜਣ ਤੋਂ ਪਹਿਲਾਂ ਹੀ ਚੰਗੀ ਤਰ੍ਹਾਂ ਲਿੰਬ ਪੋਚ ਕੇ ਤੇ ਸਵਾਰੀ ਜਾਂਦੀ। ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਕੇ ਬੈਠ ਗਏ। ਜਿਹੜਾ ਉਹ ਵਿਅਕਤੀ ਇਹ ਸੇਵਾ ਕਰਦਾ ਸੀ ਉਹਨੇ ਅੱਜ ਇਹ ਸੇਵਾ ਕੀਤੀ ਨਹੀਂ। ਮਹਾਰਾਜ ਸਾਹਿਬ ਜੀ ਬੈਠੇ, ਉਹ ਕੰਧ ਨੂੰ ਲਿਪਣ ਲੱਗ ਪਿਆ ਵੀ ਚਲੋ ਮਹਾਰਾਜ ਬੈਠ ਗਏ ਤਾਂ ਕੀ ਹੋਇਆ, ਮੈਂ ਕੰਧ ਨੂੰ ਕਹਿ ਲਿਪ ਲਵਾਂ ਚੰਗੀ ਤਰ੍ਹਾਂ। ਕਹਿਣ ਲੱਗੇ ਵੀ ਇਸ ਤਰ੍ਹਾਂ ਲਿਪਣ ਲੱਗਿਆ ਹੈ। ਤਉ ਪ੍ਰਭੂ ਬੈਠੇ ਲਿਪਤ ਜਹ ਸਿੱਖ ਕੀ ਕਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਬੈਠੇ ਹੋਏ ਤੇ ਕਹਿਣ ਲੱਗੇ ਵੀ ਇਹ ਜਿਹੜਾ ਸਿੱਖ ਹੈ ਨਾ ਉਸ ਵੇਲੇ ਇਹ ਕੰਮ ਕਰਦਾ ਪਿਆ, ਜਿਸ ਦਾ ਇਹ ਕੰਮ ਸੀ ਨਾ ਕੰਧ ਨੂੰ ਲਿਪਣਾ। ਉਹਨੇ ਇਹ ਨਹੀਂ ਵੇਖਿਆ ਵੀ ਮਹਾਰਾਜ ਬੈਠ ਗਏ, ਮੈਨੂੰ ਇਹ ਸੇਵਾ ਪਹਿਲਾਂ ਕਰਨੀ ਚਾਹੀਦੀ ਹੈ। ਨਹੀਂ, ਕੋਈ ਆਪਣੇ ਆਪ ਨੂੰ ਉਸਨੇ ਸਮਝਿਆ ਹੀ ਨਹੀਂ ਵੀ ਇਹ ਮੈਂ ਕੀ ਕਰਦਾ ਪਿਆ। ਕਹਿਣ ਲੱਗੇ ਮਹਾਰਾਜ ਬੈਠੇ ਤੇ ਲਿਪਣ ਲੱਗਾ ਹੈ। ਉਤੇ ਸਮੀਪੀ ਅਲਪ ਹੀ ਸੇਵਕ ਪਰਵਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਥੋੜੇ ਹੀ ਉਸ ਵੇਲੇ ਸਿੱਖ ਸਨ ਜਿਹੜੇ ਮਹਾਰਾਜ ਦੇ ਚਾਰ ਚੁਫੇਰੇ ਬੈਠੇ ਹੋਏ ਹਨ। ਲੀਪੈ ਹਾਥ ਸੰਭਾਰ ਕੈ ਬਹੁ ਸ਼ੀਘਰ ਕਰੰਤਾ। ਤੇ ਇਹ ਜਿਹੜਾ ਵਿਅਕਤੀ ਹੈ ਨਾ ਬੜੀ ਛੇਤੀ ਦੇ ਨਾਲ ਵੀ ਮੈਂ ਆਪਣਾ ਕੰਮ ਮੁਕਾ ਲਵਾਂ, ਬੜੀ ਛੇਤੀ ਫੁਰਤੀ ਦੇ ਨਾਲ, ਫੁਰਤੀਲੇ ਹੱਥਾਂ ਦੇ ਨਾਲ ਛੇਤੀ ਨਾਲ ਕੰਧ ਨੂੰ ਲਿਪਦਾ ਪਿਆ, ਪੋਚਾ ਮਾਰਦਾ ਪਿਆ ਹੈ। ਭਈ ਦੇਰ ਉਰ ਸਮਝ ਕੈ ਗੁਰ ਤੇ ਡਰ ਪੰਤਾ। ਮਨ ਦੇ ਵਿੱਚ ਡਰਦਾ ਪਿਆ। ਡਰ ਇਸ ਗੱਲ ਦਾ ਹੈ ਵੀ ਇਹ ਕੰਮ ਮੈਨੂੰ ਪਹਿਲਾਂ ਮੁਕਾ ਲੈਣਾ ਚਾਹੀਦਾ, ਨਿਬੇੜ ਲੈਣਾ ਚਾਹੀਦਾ ਸੀ ਮਹਾਰਾਜ ਦੇ ਆਉਣ ਤੋਂ ਪਹਿਲਾਂ। ਇਹ ਕੰਧ ਨੂੰ ਪੋਚਾ ਦੇਣ ਦਾ ਕੰਮ ਮੈਂ ਇਸ ਕੰਮ ਨੂੰ ਪਹਿਲਾਂ ਨਹੀਂ ਕਰ ਸਕਿਆ। ਅੱਜ ਸਤਿਗੁਰੂ ਆ ਗਿਆ ਦੀਵਾਨ ਦੇ ਵਿੱਚ, ਮੇਰੀ ਕੰਧ ਜੇ ਲਿਪਣ ਤੋਂ ਰਹਿ ਗਈ ਹੈ, ਪੋਚੇ ਤੋਂ ਰਹਿ ਗਈ ਹੈ।
ਇਸ ਗੱਲ ਦਾ ਡਰ ਹੈ, ਇਹ ਸਿੱਖ ਛੇਤੀ ਦੇ ਨਾਲ ਆਪਣਾ ਕੰਮ ਕਰਦਾ ਹੈ। ਪਹੁੰਚਿਓ ਹਾਥ ਬਚਾਏ ਉਠ ਪੁਨ ਛੀਂਟ ਤੁਰੰਤੇ। ਕਹਿਣ ਲੱਗੇ ਵੀ ਇਸਨੇ ਜਦੋਂ ਕੰਧ ਸਾਰੀ ਲਿਪੀ ਗਈ ਨਾ, ਤਾਂ ਬੜੇ ਧਿਆਨ ਦੇ ਨਾਲ ਇਹਨੇ ਆਪਣੇ ਹੱਥ ਪੂੰਝੇ, ਸਾਫ਼ ਕੀਤੇ ਵੀ ਮੇਰੇ ਹੱਥਾਂ ਚੋਂ ਕਿਤੇ ਕੋਈ ਛਿੱਟ ਨਾ ਇੱਧਰ ਉੱਧਰ ਪੈ ਜਾਵੇ। ਕਹਿਣ ਲੱਗੇ ਬੜੀ ਸੰਭਾਲ ਕੇ ਇਸਨੇ ਆਪਣੇ ਹੱਥਾਂ ਨੂੰ ਪੂੰਝਿਆ ਹੈ। ਗਰਜਾ ਮਾਸਤ ਗੁਰੂ ਤੇ ਤੈ ਪਰੀ ਪਿਖਮ ਤੇ। ਕਹਿਣ ਲੱਗੇ ਜਦੋਂ ਹਾਥੇ ਨੇ ਬੜੀ ਸਾਵਧਾਨੀ ਨਾਲ ਪੂੰਝਿਆ ਨਾ, ਹੱਥ ਦੇ ਵਿੱਚੋਂ ਕੁਝ ਛਿੱਟਾਂ ਜਿਹੜੀਆਂ ਸਨ ਉਹ ਮਹਾਰਾਜ ਦੇ ਬਸਤਰਾਂ ਤੇ ਪੈ ਗਈਆਂ। ਸਤਿਗੁਰਾਂ ਨੇ ਚਿੱਟੇ ਰੰਗ ਦੇ ਬਸਤਰ ਆਪਣੇ ਤਨ ਤੇ, ਚਿੱਟਾ ਚੋਲਾ ਪਹਿਨਿਆ ਹੋਇਆ, ਚਿੱਟੀ ਸੋਹਣੀ ਦਸਤਾਰ ਸਜਾਈ ਹੋਈ ਮਹਾਰਾਜ ਬੈਠੇ ਹੋਏ ਦੀਵਾਨ ਵਿੱਚ ਜਾ ਕੇ, ਜਦੋਂ ਇਸ ਨੇ ਲਿਪਣ ਵਾਲੇ ਨੇ ਆਪਣੇ ਹੱਥ ਸਾਫ਼ ਕੀਤੇ, ਉਹ ਹੱਥ ਜਦੋਂ ਆਪਣਾ ਹਿਲਾਇਆ ਤੇ ਕੁਝ ਛਿੱਟਾਂ ਜਿਹੜੀਆਂ ਉਹ ਮਹਾਰਾਜ ਦੇ ਚੋਲੇ ਦੇ ਉੱਪਰ ਜਾ ਕੇ ਪਈਆਂ। ਹੁਣ ਚਿੱਟਾ ਚੋਲਾ ਜਦੋਂ ਛਿੱਟਾਂ ਪਈਆਂ ਤਾਂ ਦੂਰੋਂ ਦਿਸਦੀਆਂ ਪਈਆਂ, ਉਹ ਗਾਰੇ ਦੀਆਂ ਛਿੱਟਾਂ ਮਹਾਰਾਜ ਦੇ ਸੋ ਚੋਲੇ ਦੇ ਉੱਪਰ ਪਈਆਂ ਦਿਸਦੀਆਂ ਹਨ। ਸ਼੍ਰੀ ਮੁਖ ਤੇ ਤਤਕਾਲ ਹੀ ਇਸ ਭਾਂਤ ਉਵਾਚਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਵੇਖਿਆ ਨਾ ਵੀ ਇਹ ਸਿੱਖ ਨੇ ਭੈ ਨਹੀਂ ਰੱਖਿਆ ਗੁਰੂ ਪਾਤਸ਼ਾਹ ਦਾ, ਜਾਂ ਸਤਿਕਾਰ ਨਹੀਂ ਰੱਖਿਆ ਹੈ, ਸਾਡੇ ਬਸਤਰਾਂ ਦੇ ਉੱਪਰ ਇਹ ਜਿਹੜਾ ਹੈ ਵੀ ਇਸ ਨੇ ਪੋਚੇ ਵਾਲੇ ਹੱਥਾਂ ਦੇ ਨਾਲ ਸਾਡੇ ਬਸਤਰਾਂ ਦੇ ਉੱਪਰ ਚਿੱਕੜ ਪੈ ਗਿਆ ਹੈ। ਮਹਾਰਾਜ ਨੇ ਵੇਖ ਕੇ ਤੇ ਉਸ ਵੇਲੇ ਜਿਹੜੇ ਕੋਲ ਸਿੱਖ ਬੈਠੇ ਸਨ ਉਹਨਾਂ ਨੂੰ ਮਹਾਰਾਜ ਨੇ ਹੁਕਮ ਦਿੱਤਾ। ਕਹਿਣ ਲੱਗੇ ਖਾਲਸਾ ਜੀ, ਸਾਡਾ ਛੇਤੀ ਨਾਲ ਬਚਨ ਮੰਨ ਕੇ ਉਠੋ ਲੇਪਨੀ ਸਿੰਘ ਕੈ ਕਹਤੋ ਤਮਾਚਾ। ਮਹਾਰਾਜ ਕਹਿਣ ਲੱਗੇ ਜਿਹੜਾ ਸਿੱਖ ਕੰਧ ਲਿਪਣ ਵਾਲਾ ਹੈ ਨਾ, ਇਹਨੂੰ ਇੱਕ ਚਪੇੜ ਮਾਰੋ ਉੱਠ ਕੇ। ਜਿਹੜਾ ਉਹ ਕੰਧ ਲਿਪਦਾ ਨਾ, ਆਪਾਂ ਬਚਨ ਇਹ ਸਰਵਣ ਕਰਦੇ ਪਏ ਵੀ ਉਹਦੀ ਸੇਵਾ ਹੈ ਰੋਜ਼ ਦੀ, ਕੰਧ ਨੂੰ ਲਿਮਣਾ ਮਹਾਰਾਜ ਦੇ ਆਉਣ ਤੋਂ ਪਹਿਲਾਂ। ਪਰ ਅੱਜ ਇਹ ਕਿਸੇ ਕਾਰਨ ਲੇਟ ਹੋ ਗਿਆ ਤੇ ਕੰਧ ਨੂੰ ਚੰਗੀ ਤਰ੍ਹਾਂ ਲਿਪ ਨਹੀਂ ਸਕਿਆ, ਪੋਚਾ ਨਹੀਂ ਫੇਰ ਸਕਿਆ। ਸਤਿਗੁਰੂ ਆ ਗਏ, ਡਰਦਾ ਡਰਦਾ ਪੋਚਾ ਫੇਰਦਾ ਤੇ ਹੈ ਕਿ ਸਤਿਗੁਰੂ ਮੈਨੂੰ ਕਿਤੇ ਡਾਂਟਣ ਨਾ। ਪਰ ਕਹਿਣ ਲੱਗੇ ਵੀ ਉਹ ਡਰਦੇ ਸਹਿਤ ਹੋਣ ਕਰਕੇ ਕੁਝ ਛਿੱਟੇ ਜਿਹੜੇ ਸਨ ਮਹਾਰਾਜ ਦੇ ਬਸਤਰਾਂ ਦੇ ਉੱਪਰ ਪੈ ਗਏ। ਇਹ ਗੱਲ ਵੇਖ ਕੇ ਜਿੰਨੇ ਮਹਾਰਾਜ ਦੇ ਕੋਲ ਸਿੱਖ ਬੈਠੇ ਨਾ, ਸਤਿਗੁਰੂ ਕਹਿਣ ਲੱਗੇ ਖਾਲਸਾ ਜੀ ਇਹਨੂੰ ਇੱਕ ਚਪੇੜ ਮਾਰੋ। ਉਸ ਵੇਲੇ ਮਹਾਰਾਜ ਨੇ ਹੁਕਮ ਦਿੱਤਾ ਹੈ। ਸੁਨ ਆਏ ਸਕੋਠੇ ਬਹੁ ਪਹੁੰਚੇ ਉਤਲਾਏ। ਤੇ ਕਹਿਣ ਲੱਗੇ ਮਹਾਰਾਜ ਦਾ ਹੁਕਮ ਸੁਣ ਕੇ ਨਾ, ਮਹਾਰਾਜ ਨੇ ਆਖਿਆ ਵੀ ਇੱਕ ਚਪੇੜ ਮਾਰੋ। ਬੈਠੇ ਮਹਾਰਾਜ ਦੇ ਕੋਲ ਕਈ ਸਨ, ਛੇਤੀ ਨਾਲ ਸਾਰੇ ਹੀ ਉੱਠ ਪਿਆ ਵੀ ਮੈਂ ਨਾ ਪਿੱਛੇ ਰਹਿ ਜਾਵਾਂ, ਮੈਂ ਨਾ ਪਿੱਛੇ ਰਹਿ ਜਾਵਾਂ, ਮੈਂ ਹੀ ਚਪੇੜ ਮਾਰਾਂ। ਕਹਿਣ ਲੱਗੇ ਵੀ ਸਾਰੇ ਜਾਣੇ ਉਸ ਗਰੀਬ ਦੀ ਸੇਵਾ ਕਰਨ ਵਾਸਤੇ ਉੱਠ ਪਏ। ਮਹਾਰਾਜ ਨੇ ਆਖਿਆ ਚਪੇੜ ਇੱਕ ਲਾ ਦਿਓ। ਇਹਨਾਂ ਦਾ ਇਰਾਦਾ ਵੀ ਆਪਾਂ 15-20 ਜਾਣੇ ਇੱਕ ਇੱਕ ਮਾਰਾਂਗੇ ਤੇ 15-20 ਚਪੇੜਾਂ ਵਾਜੀ ਜਾਣਗੀਆਂ। ਛੇਤੀ ਦੇ ਨਾਲ ਉਸ ਵੇਲੇ ਉੱਠੇ ਹਨ ਅਤੇ ਤਮਾਚੇ ਸਭਨ ਹੂੰ ਤਿਸ ਹੋਸ਼ ਗਵਾਏ। ਕਹਿਣ ਲੱਗੇ ਹੁਣ ਮਹਾਰਾਜ ਦਾ ਬਚਨ ਤੇ ਇਹ ਆ ਵੀ ਚਪੇੜ ਮਾਰ ਦਿਓ। ਇਹਨਾਂ ਨੇ ਆਖਿਆ ਵੀ ਸ਼ਾਇਦ ਮਹਾਰਾਜ ਨੇ ਸਾਨੂੰ ਕੱਲੇ ਕੱਲੇ ਨੂੰ ਆਖਿਆ ਵੀ ਚਪੇੜ ਮਾਰ ਦਿਓ। ਸਾਰਿਆਂ ਜਾਣਿਆਂ ਲਾਈਨ ਲਾ ਲਈ, ਮੇਰਾ ਨੰਬਰ ਹੋਣਾ, ਹੁਣ ਮੇਰਾ ਨੰਬਰ। ਸਾਰਿਆਂ ਨੇ ਇੱਕ ਇੱਕ ਚਪੇੜ ਮਾਰੀ। ਉਹ ਵਿਚਾਰਾ ਚਪੇੜਾਂ ਖਾਣ ਵਾਲਾ ਬੇਹੋਸ਼ ਹੋ ਗਿਆ। ਇੰਨੀਆਂ ਚਪੇੜਾਂ ਉਹਦੇ ਪਈਆਂ ਵੀ ਉਹਦੀ ਹੋਸ਼ ਹੀ ਭੁੱਲ ਗਈ। ਉਹ ਵਿਚਾਰਾ ਬੇਹੋਸ਼ ਹੋ ਗਿਆ ਹੈ। ਭਇਓ ਬਿਸੁੱਧ ਦੇਖਿਓ ਗੁਰੂ ਮਨ ਵਿਖੇ ਵਿਚਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਤੇ ਇਹ ਤੇ ਵਿਚਾਰਾ ਬੇਹੋਸ਼ ਹੋ ਗਿਆ ਹੈ, ਧਰਤੀ ਤੇ ਲੰਮੇ ਪੈ ਗਿਆ। ਬਚਨ ਇਹ ਆ ਵੀ ਚਪੇੜ ਇੱਕ ਮਾਰ ਦਿਓ। ਉਹਨਾਂ ਇੱਕ ਇੱਕ ਮਾਰਨ ਵਾਲੇ ਸਮਝਿਆ ਵੀ ਮੈਨੂੰ ਆਖਿਆ, ਦੂਜਾ ਆਖਦਾ ਮੈਨੂੰ ਆਖਿਆ, ਤੀਜਾ ਆਂਦਾ ਮੈਨੂੰ ਆਖਿਆ। ਸਾਰਿਆਂ ਨੇ ਇੱਕ ਇੱਕ ਮਾਰੀ। ਉਹ ਚਪੇੜਾਂ ਕਈ ਬਣ ਗਈਆਂ। ਕਈ ਜਦੋਂ ਚਪੇੜਾਂ ਵੱਜੀਆਂ ਤੇ ਉਹ ਬੇਹੋਸ਼ ਹੋ ਗਿਆ। ਜਦੋਂ ਬੇਹੋਸ਼ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਉਸ ਵੇਲੇ ਮਨ ਵਿੱਚ ਵਿਚਾਰਦੇ ਹਨ, ਤਨ ਕਹੋ ਤੋ ਅਪਰਾਧ ਇਸ ਸਭ ਨੇ ਬਹੁ ਮਾਰਾ। ਸਤਿਗੁਰੂ ਸੋਚਦੇ ਪਏ ਵੀ ਗਲਤੀ ਇਹਨੇ ਨਿੱਕੀ ਜੀ ਕੀਤੀ ਹੈ, ਵੀ ਕੁਝ ਛਿੱਟਾਂ ਚੋਲੇ ਤੇ ਪਈਆਂ ਮਿੱਟੀ ਦੀਆਂ, ਗਲਤੀ ਨਿੱਕੀ ਹੈ, ਬਹੁਤੀ ਵੱਡੀ ਨਹੀਂ। ਅਸੀਂ ਚਪੇੜ ਇੱਕ ਮਾਰਨ ਵਾਸਤੇ ਆਖਿਆ, ਇਹਨਾਂ ਨੇ ਬਹੁਤਿਆਂ ਨੇ ਬਹੁਤੀਆਂ ਚਪੇੜਾਂ ਮਾਰ ਦਿੱਤੀਆਂ। ਭਾਵ ਇਹ ਹੈ ਵੀ ਗਲਤੀ ਕੀਤੀ ਹੈ ਛੋਟੀ, ਸਜ਼ਾ ਮਿਲ ਗਈ ਹੈ ਵੱਡੀ, ਬਹੁਤੀ ਸਜ਼ਾ ਇਸ ਨੂੰ ਮਿਲ ਗਈ ਹੈ। ਮਹਾਰਾਜ ਇਹ ਗੱਲ ਮਨ ਵਿੱਚ ਵਿਚਾਰਦੇ ਹਨ। ਖੇਦ ਅਧਿਕ ਜੁਤ ਜਾਣ ਕੈ ਪੁਨ ਬਾਕ ਬਖਾਨੇ। ਸਤਿਗੁਰੂ ਪਾਤਸ਼ਾਹ ਜੀ ਨੇ ਵੇਖਿਆ ਵੀ ਇਹ ਜਿਹੜਾ ਸਿੱਖ ਹੈ ਜਿਹਨੂੰ ਚਪੇੜਾਂ ਪਈਆਂ ਨੇ, ਇਹਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ। ਤੇ ਇਹਦਾ ਦੁੱਖ ਜਾਣ ਕੇ ਨਾ ਫਿਰ ਮਹਾਰਾਜ ਜੀਆਂ ਨੇ ਉਸ ਵੇਲੇ ਆਪਣੇ ਮੁਖ ਤੋਂ ਬਚਨ ਆਖੇ ਹਨ। ਸਿੱਖ ਸੰਗਤ ਸਭ ਗੁਰੂ ਕੀ ਆਇਸ ਕੋ ਮੰਨੈ। ਮਹਾਰਾਜ ਕਹਿਣ ਲੱਗੇ ਸਾਡੀਆਂ ਸਿੱਖ ਸੰਗਤਾਂ ਜਿਹੜੀਆਂ ਨੇ, ਵੇਖੋ ਇਹ ਕਿੰਨਾ ਗੁਰੂ ਦਾ ਹੁਕਮ ਮੰਨਦੀਆਂ। ਚਪੇੜ ਮਾਰਨ ਦਾ ਹੁਕਮ ਤੇ ਸਾਰੇ ਹੀ ਮੰਨ ਲੈਂਦੇ। ਮਹਾਰਾਜ ਉਹ ਬਚਨ ਕਰਦੇ ਪਏ। ਕਹਿਣ ਲੱਗੇ ਵੇਖੋ ਸਾਡਾ ਇਹ ਸੰਗਤਾਂ, ਇਹ ਸਿੱਖ,
ਇਹ ਗੁਰੂ ਨੂੰ ਕਿੰਨਾ ਪਿਆਰ ਕਰਦੇ ਨੇ, ਗੁਰੂ ਦੇ ਸਾਰੇ ਬਚਨ ਮੰਨਦੇ ਹਨ। ਤਦਪ ਸੁਨੋ ਤੁਮ ਸਿੰਘ ਸਭ, ਇਹ ਸਿੱਖ ਗੁਰ ਕੇਰਾ। ਮਹਾਰਾਜ ਕਹਿਣ ਲੱਗੇ ਭਾਈ ਪਰ ਇਹ ਜਿਹਨੂੰ ਤੁਸੀਂ ਚਪੇੜਾਂ ਮਾਰੀਆਂ ਨਾ ਸਾਰਿਆਂ ਜਾਣਿਆਂ ਰਲ ਕੇ, ਇਹ ਗੁਰੂ ਦਾ ਸਿੰਘ ਹੈ, ਗੁਰੂ ਦਾ ਸਿੱਖ ਹੈ, ਇਹਦਾ ਰੋਜ਼ ਕੰਮ ਹੈ ਸੇਵਾ ਕਰਨਾ। ਅੱਜ ਇਹ ਸੇਵਾ ਵਿੱਚ ਲੇਟ ਹੋ ਗਿਆ, ਲੇਟ ਹੋਣ ਕਰਕੇ ਕੁਝ ਛਿੱਟਾਂ ਚੋਲੇ ਤੇ ਪਈਆਂ, ਅਸੀਂ ਆਖਿਆ ਵੀ ਇਹਨੂੰ ਥੋੜੀ ਸਜ਼ਾ ਦਈਏ, ਤੁਸੀਂ ਸਾਰਿਆਂ ਨੇ ਇੱਕ ਇੱਕ ਚਪੇੜ ਮਾਰੀ ਹੈ। ਮਹਾਰਾਜ ਕਹਿਣ ਲੱਗੇ ਬਚਨ ਸੁਣੋ, ਇਹ ਗੁਰੂ ਦਾ ਸਿੱਖ ਹੈ ਜਿਹਨੂੰ ਤੁਸੀਂ ਚਪੇੜਾਂ ਮਾਰ ਕੇ ਬੇਹੋਸ਼ ਕੀਤਾ ਹੈ। ਕੇਸਨ ਪਰ ਕਰਤਲ ਹਤੇ ਕੀਆ ਬੁਰਾ ਵਡੇਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਇਹਦੇ ਜਿਹੜੇ ਹੱਥ ਪੈਰ ਨੇ, ਕੇਸਨ ਪਰ ਕਰ ਤਲ ਹਤੇ, ਉਹਦੇ ਚਪੇੜਾਂ ਵਿਚਾਰੇ ਦੇ ਸਿਰ ਤੇ ਵੀ ਪਈਆਂ, ਮੂੰਹ ਤੇ ਵੀ ਪਈਆਂ, ਪਿੱਠ ਤੇ, ਜਿੱਥੇ ਕਿਸੇ ਦਾ ਦਾ ਲੱਗਾ ਨਾ ਕਿਸੇ ਨੇ ਵੇਖਿਆ ਉੱਥੇ ਉੱਥੇ ਹੀ ਚਪੇੜਾਂ ਉਸ ਨੂੰ ਪ੍ਰਾਪਤ ਹੋਈਆਂ। ਮਹਾਰਾਜ ਕਹਿਣ ਲੱਗੇ ਭਾਈ ਇਹ ਤੁਸੀਂ ਬਹੁਤ ਮਾੜਾ ਕੰਮ ਕੀਤਾ ਹੈ, ਤਲੀ ਹੱਥ ਦੀ ਤਲੀ ਭਾਵ ਤਮਾਚੇ ਮਾਰੇ, ਇਹ ਬੜਾ ਬੁਰਾ ਕੰਮ ਕੀਤਾ ਹੈ, ਤੁਹਾਨੂੰ ਇੰਨਾ ਨਹੀਂ ਸੀ ਇਸ ਸਿੱਖ ਨੂੰ ਕੁੱਟਣਾ ਚਾਹੀਦਾ। ਇਹ ਬਾਣਾ ਹੈ ਗੁਰੂ ਕੋ ਤਾੜੈ ਕਰ ਜੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਬਚਨ ਇਹ ਹੈ ਕਿ ਜਿਵੇਂ ਤੁਸੀਂ ਇਹ ਬਾਣਾ ਹੈ ਗੁਰੂ ਕੋ, ਇਹ ਗੁਰੂ ਦਾ ਬਾਣਾ ਹੈ, ਗੁਰੂ ਦੇ ਦਿੱਤਾ ਹੋਇਆ, ਤੇ ਜਿਹੜਾ ਹੱਥਾਂ ਨਾਲ ਤਾੜੇਗਾ ਇਸ ਬਾਣੇ ਨੂੰ, ਕਹਿਣ ਲੱਗੇ ਜਿਹੜਾ ਇਸ ਤਰ੍ਹਾਂ ਕਰਦਾ ਹੈ ਸੋ ਗੁਰੂ ਕੋ ਬੈਰੀ ਅਹੈ ਲਖੀਐ ਸਭ ਕੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਗੁਰੂ ਦਾ ਬੈਰੀ ਹੈ, ਇਸ ਗੱਲ ਨੂੰ ਸਾਰੇ ਜਾਣੇ ਜਾਣ ਲਓ। ਇਹ ਬਾਣਾ ਹੈ ਗੁਰੂ ਕੋ, ਜਿਹੜਾ ਮਹਾਰਾਜ ਨੇ ਚੋਲਾ ਪਾਇਆ ਨਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਬਾਣਾ ਗੁਰੂ ਦਾ ਹੈ, ਜਿਹੜਾ ਅਸੀਂ ਅੱਜ ਪਹਿਨੇ ਆ, ਇਹ ਸਾਡਾ ਬਾਣਾ ਹੈ ਔਰ ਸਾਡੀ ਖਾਲਸਾ ਫੌਜ ਵੀ ਇਸ ਬਾਣੇ ਨੂੰ ਪਹਿਨਦੀ ਹੈ। ਮਹਾਰਾਜ ਕਹਿਣ ਲੱਗੀ ਤਾੜੇ ਕਰ ਜੋਈ, ਇਸ ਕਰਕੇ ਅਸੀਂ ਤਾੜਿਆ ਹੈ। ਜੇ ਹੱਥਾਂ ਨਾਲ ਕੋਈ ਤਾੜੇਗਾ, ਭਾਵ ਕਿ ਹੱਥਾਂ ਨਾਲ ਕੋਈ ਇਸ ਤਰ੍ਹਾਂ ਦੇ ਕੰਮ ਮਾੜੇ ਕਰੇਗਾ, ਮਿੱਟੀ ਘਟਾ, ਜਿਸ ਤਰ੍ਹਾਂ ਛਿੱਟਾਂ ਪੈ ਗਈਆਂ ਕੁਝ ਗਾਰੇ ਦੀਆਂ, ਮਹਾਰਾਜ ਕਹਿਣ ਲੱਗੇ ਸੋ ਗੁਰ ਕੋ ਬੈਰੀ ਹੈ, ਉਹ ਬੰਦਾ ਫਿਰ ਗੁਰੂ ਦਾ ਵੈਰੀ ਹੈ, ਜਿਹੜਾ ਗੁਰੂ ਦੇ ਬਾਣੇ ਦੇ ਉੱਪਰ ਸੋ ਇਸ ਤਰ੍ਹਾਂ ਚਿੱਕੜ ਸੁੱਟਦਾ ਹੈ। ਲਖੀਐ ਸਭ ਕੋਈ, ਇਸ ਗੱਲ ਨੂੰ ਸਾਰੇ ਜਾਣ ਲੈਣਾ ਕਰੋ। ਕੀਨ ਅਨਰਥ ਗੁਨਾਹ ਵੱਡ ਕੇਸਨ ਪਰ ਮਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਚਲੋ ਸਿੱਖ ਨੇ ਗਲਤੀ ਕੀਤੀ ਹੈ, ਪਰ ਤੁਸੀਂ ਮਾਰਨ ਲੱਗਿਆ ਇਹ ਨਹੀਂ ਵੇਖਿਆ ਜਿਹਨੂੰ ਤੁਸੀਂ ਮਾਰਿਆ ਨਾ, ਜਿਹੜੇ ਸਿੱਖ ਨੂੰ ਤੁਸੀਂ ਕੁੱਟਿਆ, ਉਹਨੇ ਵੀ ਤੇ ਗੁਰੂ ਦਾ ਬਾਣਾ ਪਾਇਆ ਹੈ ਨਾ, ਉਹਨੇ ਵੀ ਗੁਰੂ ਵਾਲੇ ਦਿੱਤੇ ਹੋਏ ਵਸਤਰ ਪਹਿਨੇ। ਤੁਸੀਂ ਇਹ ਨਹੀਂ ਵੇਖਿਆ ਵੀ ਇਹਨੇ ਗੁਰੂ ਦਾ ਬਾਣਾ ਪਾਇਆ, ਤੁਸੀਂ ਇਹ ਨਹੀਂ ਵੇਖਿਆ ਵੀ ਇਹਦੇ ਸਿਰ ਦੇ ਉੱਪਰ ਗੁਰੂ ਦੇ ਦਿੱਤੇ ਹੋਏ ਕੇਸ ਨੇ, ਅਸੀਂ ਕੇਸਾਂ ਦੇ ਵਿੱਚ ਨਾ ਇਸ ਨੂੰ ਮਾਰੀਏ, ਜਾਂ ਸਿਰ ਤੇ ਇਹਦੇ ਮੁੱਕੀ ਧੱਫਾ ਨਾ ਮਾਰੀਏ, ਜਾਂ ਇਹਨੇ ਗਲ ਵਿੱਚ ਵਸਤਰ ਪਾਏ ਨੇ ਇਹਦੀ ਪਿੱਠ ਨੂੰ ਨਾ ਕੁੱਟੀਏ। ਤੁਸੀਂ ਇਹ ਕਿਸੇ ਗੱਲ ਦੀ ਵੀ ਵਿਚਾਰ ਨਹੀਂ ਕੀਤੀ ਹੈ। ਮਹਾਰਾਜ ਆਖਦੇ ਹਨ ਅਰ ਤੁਮ ਭਾਖੋ ਤਿਬ ਕਰਿਓ ਜਿਮ ਗੁਰੂ ਉਚਾਰਾ। ਤੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਸਾਨੂੰ ਤੇ ਪਾਪ ਲੱਗਣਾ ਹੀ ਨਹੀਂ। ਉਹ ਸਿੱਖ ਵਿਚਾਰੇ ਰੋਂਦੇ ਰੋਂਦੇ ਨੇ ਆਖਿਆ ਤੁਹਾਨੂੰ ਪਾਪ ਲੱਗੇਗਾ, ਤੁਸੀਂ ਮੈਨੂੰ ਮਾਰਿਆ। ਉਹ ਜਿਹੜੇ ਮਾਰਦੇ ਪਏ ਕਹਿੰਦੇ ਸਾਨੂੰ ਨਹੀਂ ਪਾਪ ਲੱਗਣਾ, ਸਾਨੂੰ ਤੇ ਗੁਰੂ ਨੇ ਆਖਿਆ ਵੀ ਮਾਰੋ, ਅਸੀਂ ਤੇ ਗੁਰੂ ਦੇ ਕਹਿਣ ਤੇ ਤੈਨੂੰ ਮਾਰਿਆ। ਪਾਪ ਲੱਗੇ ਜਾਂ ਪੁੰਨ ਲੱਗੇ ਉਹ ਗੁਰੂ ਨੂੰ ਲੱਗਣਾ ਹੈ, ਅਸੀਂ ਤੇ ਗੁਰੂ ਦਾ ਬਚਨ ਮੰਨਿਆ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਅਸੀਂ ਆਖਿਆ ਵੀ ਇੱਕ ਚਪੇੜ ਮਾਰ ਦਿਓ, ਪਰ ਤੁਸੀਂ ਸਾਰਿਆਂ ਜਾਣਿਆਂ ਨੇ ਚਪੇੜਾਂ ਮਾਰੀਆਂ। ਤੁਸੀਂ ਇਹ ਨਹੀਂ ਵੇਖਿਆ ਵੀ ਉਹਨੇ ਵੀ ਗੁਰੂ ਦਾ ਬਾਣਾ ਪਾਇਆ, ਤੁਸੀਂ ਇਹ ਨਹੀਂ ਵੇਖਿਆ ਵੀ ਉਹਨੇ ਵੀ ਗੁਰੂ ਦੇ ਕੇਸ ਰੱਖੇ, ਤੁਸੀਂ ਇਹ ਨਹੀਂ ਵੇਖਿਆ ਵੀ ਉਹਨੇ ਗਲਤੀ ਥੋੜੀ ਕੀਤੀ ਹੈ ਤੇ ਸਜ਼ਾ ਅਸੀਂ ਵੱਡੀ ਦੇ ਦਿੱਤੀ ਹੈ। ਮਹਾਰਾਜ ਕਹਿਣ ਲੱਗੇ ਭਾਈ ਸੋ ਤੁਸੀਂ ਅੱਗੋਂ ਇਹ ਗੱਲ ਕਹਿੰਦੇ ਹੋ ਵੀ ਇਹ ਜੋ ਹੋਇਆ ਠੀਕ ਹੀ ਹੋਇਆ ਹੈ। ਕਿਉਂ ਠੀਕ ਹੋਇਆ ਹੈ? ਕਿਉਂਕਿ ਗੁਰੂ ਨੇ ਆਖਿਆ, ਅਸੀਂ ਤੇ ਗੁਰੂ ਦਾ ਬਚਨ ਮੰਨਿਆ, ਜੋ ਗੁਰੂ ਕਹਿੰਦਾ ਅਸੀਂ ਉਹ ਕਰਦੇ ਹਾਂ। ਇਸ ਪਰ ਸੁਣੀਏ ਹਮ ਕਹਿਓ ਇੱਕ ਉੱਠ ਕਰ ਮਾਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚੰਗੀ ਤਰ੍ਹਾਂ ਸੁਣੋ ਵੀ ਅਸੀਂ ਆਖਿਆ ਕੀ ਹੈ। ਮਹਾਰਾਜ ਇਹਦੇ ਵਿੱਚ ਉਹਨੇ ਇੱਕ ਸਿੱਖਿਆ ਦਿੰਦੇ ਪਏ। ਸਤਿਗੁਰੂ ਕਹਿੰਦੇ ਅਸੀਂ ਇਹ ਆਖਿਆ ਵੀ ਇੱਕ ਜਾਣਾ ਉੱਠ ਕੇ ਮਾਰੋ। ਬਚਨ ਇਹ ਸੀ ਇੱਕ ਸਿੱਖ ਉਠੋ ਕੋਈ ਜਾਣਾ, ਇਹ ਸਿੱਖ ਨੇ ਗਲਤੀ ਕੀਤੀ ਹੈ, ਇਹਨੂੰ ਇੱਕ ਚਪੇੜ ਮਾਰ ਦੇ। ਮਹਾਰਾਜ ਕਹਿਣ ਲੱਗੇ ਅਸੀਂ ਆਖਿਆ ਵੀ ਇੱਕ ਜਾਣਾ ਉੱਠ ਕੇ ਮਾਰੋ, ਤੁਸੀਂ ਇਹ ਬਚਨ ਵੱਲ ਧਿਆਨ ਨਹੀਂ ਦਿੱਤਾ ਹੈ। ਤਨ ਪਰ ਹਤਨੋ ਉਚਿਤ ਥੋ ਜਿਨ ਪ੍ਰਥਮ ਉਭਾਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਨੇ ਸਾਰਿਆਂ ਤੋਂ ਪਹਿਲਾਂ ਹੱਥ ਚੁੱਕਿਆ, ਜਿਨੇ ਸਭ ਤੋਂ ਪਹਿਲਾਂ ਚਪੇੜ ਮਾਰੀ ਨਾ, ਮਹਾਰਾਜ ਕਹਿੰਦੇ ਉਹ ਠੀਕ ਹੈ ਵੀ ਉਹਨੇ ਜਿੱਥੇ ਚਪੇੜ ਮਾਰਨੀ ਚਾਹੀਦੀ ਸੀ ਉਹਨੇ ਉੱਥੇ ਹੀ ਮਾਰੀ ਹੈ। ਜਿਹੜਾ ਪਹਿਲਾ ਬੰਦਾ ਉੱਠ ਕੇ ਗਿਆ ਨਾ ਚਪੇੜ ਮਾਰਨ ਵਾਸਤੇ,
ਉਹਨੇ ਚਪੇੜ ਠੀਕ ਜਗ੍ਹਾ ਤੇ ਮਾਰੀ ਹੈ ਤੇ ਕਹਿਣ ਲੱਗੇ ਉੱਥੇ ਮਾਰਨਾ ਬਣਦਾ ਵੀ ਹੈ, ਔਰ ਸਾਡਾ ਬਚਨ ਇਹ ਸੀ ਵੀ ਇੱਕ ਜਣਾ ਉੱਠ ਕੇ ਚਪੇੜ ਮਾਰੇ, ਇੱਕ ਨੇ ਤੇ ਮਾਰ ਦਿੱਤੀ ਹੈ। ਦੁਤੀਏ ਕੋ ਹਟਨ ਰਹਿਨ ਥੋ ਇਹ ਇਸ ਵਿਦ ਪਹਿਚਾਨ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਦੁਤੀਏ ਕੋ, ਜਿਹੜਾ ਦੂਜਾ ਸੀ ਨਾ ਉਹਨੂੰ ਹਟ ਜਾਣਾ ਚਾਹੀਦਾ ਸੀ। ਮੰਨ ਲਓ ਵੀ 2-4 ਸਿੱਖ ਚਲੇ ਗਏ ਚਪੇੜ ਮਾਰਨ ਵਾਸਤੇ, ਦੋਵਾਂ ਚੋਹਾਂ ਵਿੱਚੋਂ ਇੱਕ ਨੇ ਚਪੇੜ ਮਾਰ ਦਿੱਤੀ ਪਹਿਲਾਂ, ਜਿਹਨੇ ਪਹਿਲਾਂ ਮਾਰੀ ਹੈ, ਜਿਹੜੇ ਦੂਜੇ 2-4 ਗਏ ਸੀ ਉਹਨਾਂ ਨੂੰ ਮੁੜ ਆਉਣਾ ਚਾਹੀਦਾ ਸੀ ਵੀ ਮਹਾਰਾਜ ਨੇ ਆਖਿਆ ਚਪੇੜ ਮਾਰਨੀ ਹੈ, ਇੱਕ ਨੇ ਮਾਰ ਦਿੱਤੀ ਹੈ, ਤੇ ਦੂਜੇ ਵੇਖ ਲੈਂਦੇ ਵੀ ਹਾਂ ਇੱਕ ਨੇ ਮਾਰੀ ਹੈ, ਹੁਣ ਸਾਡਾ ਨਹੀਂ ਬਣਦਾ, ਦੂਜੇ ਵਾਪਸ ਆ ਜਾਂਦੇ, ਪਰ ਕੋਈ ਵੀ ਪਿੱਛੇ ਮੁੜ ਕੇ ਨਹੀਂ ਆਇਆ ਹੈ। ਗੁਰੂ ਬਚਨ ਪੂਰਨ ਭਇਓ ਜਿਮ ਕੀਨ ਬਖਾਨੋ। ਤੁਹਾਡੇ ਮਨ ਵਿੱਚ ਇਹ ਹੈ ਵੀ ਗੁਰੂ ਦਾ ਬਚਨ ਹੋਇਆ, ਮੈਂ ਨਾ ਪਿੱਛੇ ਰਹਿ ਜਾਵਾਂ, ਦੂਜਾ ਆਦਾ ਮੈਂ ਨਾ ਪਿੱਛੇ ਰਹਿ ਜਾਵਾਂ। ਤੁਸੀਂ ਇਹ ਵੇਖਿਆ ਵੀ ਅਸੀਂ ਗੁਰੂ ਦਾ ਬਚਨ ਪੂਰਾ ਕਰਨਾ, ਪਰ ਤੁਸੀਂ ਇਹ ਨਹੀਂ ਮਨ ਵਿੱਚ ਸੋਚਿਆ ਵੀ ਗੁਰੂ ਦਾ ਬਚਨ ਇੱਕ ਚਪੇੜ ਮਾਰਨ ਦਾ ਹੈ। ਇੱਕ ਨੇ ਮਾਰ ਦਿੱਤੀ, ਗੱਲ ਖਤਮ ਹੋ ਗਈ, ਪਰ ਇੱਕ ਇੱਕ ਚਪੇੜ ਤੁਸੀਂ ਸਾਰਿਆਂ ਨੇ ਮਾਰੀ ਹੈ। ਇਮ ਕਰਬੋ ਬਨ ਆਵੇ ਤੁਮ ਸਭ ਨੇ ਮਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਡਾ ਮਨ ਇਸ ਤਰ੍ਹਾਂ ਕਰਨ ਲੱਗ ਪਿਆ, ਤੁਹਾਡਾ ਮਨ ਇਹ ਕਹਿੰਦਾ ਹੈ ਕਿ ਮਹਾਰਾਜ ਨੇ ਮੈਨੂੰ ਆਖਿਆ ਚਪੇੜ ਮਾਰਨ ਵਾਸਤੇ, ਦੂਜਾ ਕਹਿੰਦਾ ਮੈਨੂੰ ਆਖਿਆ ਚਪੇੜ ਮਾਰਨ ਵਾਸਤੇ, ਤੀਜਾ ਆਖਦਾ ਮੈਨੂੰ ਆਖਿਆ। ਤੁਹਾਡੇ ਸਾਰਿਆਂ ਦੇ ਮਨ ਵਿੱਚ ਇਹ ਗੱਲ ਆ ਗਈ ਕਿ ਇੱਕ ਇੱਕ ਚਪੇੜ ਮੈਂ ਮਾਰਾਂ, ਇੱਕ ਦੂਜਾ ਮਾਰੇ, ਇੱਕ ਤੀਜਾ ਮਾਰੇ। ਤੁਸੀਂ ਸਾਰਿਆਂ ਜਾਣਿਆਂ ਨੇ ਇੱਕ ਇੱਕ ਚਪੇੜ ਆਪਣੇ ਕੋਲੋਂ ਮਾਰੀ ਹੈ। ਅਲਪ ਗੁਨਾਹੀ ਜਾਣੀਏ ਹੋਈ ਬਹੁ ਮਾਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਨਾਹ ਤੇ ਇਸਨੇ ਕੀਤਾ ਛੋਟਾ, ਗੁਨਾਹ ਗਲਤੀ ਬਹੁਤੀ ਵੱਡੀ ਨਹੀਂ ਕੀਤੀ, ਛੋਟੀ ਜੀ ਗਲਤੀ ਦੀ ਇੱਕ ਚਪੇੜ ਵੱਜਣੀ ਚਾਹੀਦੀ, ਮਿਲਣੀ ਚਾਹੀਦੀ, ਇਸਨੇ ਛੋਟਾ ਗੁਨਾਹ ਕੀਤਾ, ਪਰ ਤੁਸੀਂ ਮਾਰਿਆ ਇਸ ਨੂੰ ਬਹੁਤ ਜ਼ਿਆਦਾ ਹੈ। ਇਹ ਵੀ ਸਿੱਖ ਭਾਈ ਹੁਤੋ ਤੁਮ ਭਲਾ ਨਾ ਕੀਨੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਵੀ ਤੁਹਾਡਾ ਸਿੱਖ ਭਾਈ ਸੀ, ਅਸਲ ਵਿੱਚ ਤੁਹਾਨੂੰ ਭਲਾ ਕਰਨਾ ਚਾਹੀਦਾ ਸੀ। ਜੇ ਮੰਨ ਲਓ ਉਹਨੇ ਚੋਲੇ ਤੇ ਛਟਾਂ ਪਾ ਵੀ ਦਿੱਤੀਆਂ, ਅਸੀਂ ਆਖਿਆ ਇੱਕ ਚਪੇੜ ਮਾਰੋ, ਕੋਈ ਸਿੱਖ ਜਾਂਦਾ ਇੱਕ ਉਹਨੂੰ ਛੋਟੀ ਜੀ ਚਪੇੜ ਮਾਰ ਦਿੰਦਾ, ਉਹਨੂੰ ਅਹਿਸਾਸ ਕਰਾਉਣ ਵਾਸਤੇ ਵੀ ਤੂੰ ਗਲਤੀ ਕੀਤੀ, ਤੈਨੂੰ ਸਜ਼ਾ ਮਿਲੀ ਹੈ, ਤੇ ਬਾਕੀਆਂ ਨੂੰ ਬੈਠ ਜਾਣਾ ਚਾਹੀਦਾ ਸੀ ਵੀ ਚਲੋ ਕੋਈ ਨਹੀਂ ਇੱਕ ਨੇ ਮਾਰ ਲਈ ਹੈ, ਗੁਰੂ ਦਾ ਬਚਨ ਤੇ ਅਸੀਂ ਬੈਠ ਜਾਈਏ। ਪਰ ਤੁਸੀਂ ਇਹ ਨਹੀਂ ਵੇਖਿਆ ਵੀ ਅਸੀਂ ਵੀ ਗੁਰੂ ਦੇ ਸਿੱਖ ਹਾਂ, ਜਿਹਨੂੰ ਅਸੀਂ ਚਪੇੜਾਂ ਮਾਰਦੇ ਪਏ ਉਹ ਵੀ ਗੁਰੂ ਦਾ ਸਿੱਖ ਹੈ, ਅਸੀਂ ਇੱਕੇ ਗੁਰੂ ਦੇ ਸਿੱਖ ਹਾਂ ਤੇ ਸਾਡਾ ਉਹ ਗੁਰੂ ਭਾਈ ਹੈ। ਤੁਸੀਂ ਇਹ ਗੱਲ ਨਹੀਂ ਵਿਚਾਰੀ ਹੈ, ਤੁਸੀਂ ਇਹ ਸੋਚਿਆ ਬਸ ਚਪੇੜਾਂ ਮਾਰਨੀਆਂ, ਤੁਸੀਂ ਸਾਰਿਆਂ ਜਾਣਿਆਂ ਨੇ ਇੱਕ ਇੱਕ ਚਪੇੜ ਤੇ ਮਾਰ ਦਿੱਤੀ, ਪਰ ਤੁਹਾਡੇ ਵਿੱਚੋਂ ਕਿਸੇ ਨੇ ਇਹ ਨਹੀਂ ਸੋਚਿਆ ਵੀ ਇਹ ਸਾਡਾ ਗੁਰ ਭਾਈ ਹੈ, ਇਹ ਸਾਡੇ ਵਰਗਾ ਹੀ ਹੈ, ਇਹ ਤੁਸੀਂ ਜਾਣਿਆ ਨਹੀਂ ਹੈ। ਹੋਏ ਗਈ ਇਮਨੇਤ ਇਹ ਵੱਧ ਇਸ ਪਰਚੀਨੋ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਨੇਤ ਨਾਲ ਵਧੀਕੀ ਹੋਈ ਹੈ, ਪਰ ਇਸ ਗੱਲ ਉੱਤੇ ਅਸੀਂ ਤੁਹਾਨੂੰ ਇੱਕ ਬਚਨ ਦੱਸਦੇ ਹਾਂ। ਹੋਏ ਗਈ ਇਮਨੇਤ, ਇਹ ਕੁਦਰਤੀ ਤੌਰ ਤੇ ਇਸ ਤਰ੍ਹਾਂ ਹੋ ਗਿਆ, ਇਹਦੇ ਉੱਪਰ ਤੁਸੀਂ ਚਪੇੜਾਂ ਮਾਰੀਆਂ ਹਨ। ਜਾਂ ਤੋ ਤਨੁਜਾ ਆਪਣੀ ਦੇ ਕਰ ਹਰਖਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੁਣ ਬਚਨ ਇਹ ਹੈ, ਤੁਸੀਂ ਚਪੇੜਾਂ ਤੇ ਮਾਰੀਆਂ ਸਾਰਿਆਂ ਜਾਣਿਆਂ ਨੇ ਇਸ ਨੂੰ ਕਿ ਮੈਂ ਗੁਰੂ ਦਾ ਬਚਨ ਮੰਨਣਾ, ਮੈਂ ਗੁਰੂ ਦਾ ਬਚਨ ਮੰਨਣਾ, ਚਪੇੜਾਂ ਮਾਰੀਆਂ, ਚਲੋ ਮੰਨ ਲਿਆ ਵੀ ਤੁਸੀਂ ਸਾਰਿਆਂ ਨੇ ਬਚਨ ਮੰਨਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਚਪੇੜਾਂ ਮਾਰੀਆਂ, ਹੁਣ ਤੁਸੀਂ ਸਾਡਾ ਬਚਨ ਇਹ ਸੁਣੋ ਵੀ ਇਹ ਸਿੱਖ ਜਵਾਨ ਹੈ, ਸਾਡੇ ਘਰ ਦੀ ਸੇਵਾ ਕਰਨ ਵਾਲਾ। ਤੁਹਾਡੇ ਵਿੱਚੋਂ ਕੋਈ ਹੈ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰੇ? ਕਿਉਂਕਿ ਬਚਨ ਮੰਨਣਾ ਹੈ ਨਾ ਗੁਰੂ ਦਾ। ਚਪੇੜਾਂ ਮਾਰਨ ਵੇਲੇ ਤੇ ਤੁਸੀਂ ਆਖਿਆ ਵੀ ਮੈਂ ਨਾ ਪਿੱਛੇ ਰਹਿ ਜਾਵਾਂ, ਵੀ ਮੈਂ ਚਪੇੜ ਮਾਰਾਂ ਗੁਰੂ ਦਾ ਬਚਨ ਮੰਨ ਲਵਾਂ, ਦੂਜਾ ਆਖਦਾ ਮੈਂ ਵੀ ਮਾਰ ਲਵਾਂ, ਮੈਂ ਵੀ ਬਚਨ ਮੰਨ ਲਵਾਂ। ਠੀਕ ਹੈ, ਤੁਸੀਂ ਸਾਰਿਆਂ ਨੇ ਬਚਨ ਮੰਨਿਆ, ਸਾਰਿਆਂ ਨੇ ਨਿੱਕੀ ਗਲਤੀ ਨਿੱਕੇ ਗੁਨਾਹ ਦੀ ਸਜ਼ਾ ਵੱਡੀ ਦਿੱਤੀ ਹੈ, ਪਰ ਮਹਾਰਾਜ ਕਹਿਣ ਲੱਗੇ ਜੇ ਵਾਕਿਆ ਹੀ ਤੁਸੀਂ ਬਚਨ ਮੰਨਦੇ ਹੋ ਨਾ, ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਹੈ ਜਿਹੜਾ ਆਪਣੀ ਲੜਕੀ ਦਾ ਰਿਸ਼ਤਾ ਇਹਦੇ ਨਾਲ ਕਰੇ, ਇਸ ਦਾ ਵਿਆਹ ਕਰ ਦੇਵੇ, ਕੋਈ ਹੈ ਇਸ ਤਰ੍ਹਾਂ ਦਾ, ਤੇ ਸਾਡਾ ਬਚਨ ਮੰਨਣਾ ਕਰੋ। ਸੁਨ ਸੰਗਤ ਤੂਸ਼ਨ ਭਈ ਨਾ ਕਛੂ ਸੁਨਾਵੇ। ਜਦੋਂ ਮਹਾਰਾਜ ਨੇ ਬਚਨ ਆਖਿਆ ਨਾ ਵੀ ਇਹਨੂੰ ਕੋ ਆਪਣਾ ਜਵਾਈ ਬਣਾਓ, ਆਪਣੀ ਲੜਕੀ ਦਾ ਰਿਸ਼ਤਾ ਦਿਓ, ਸਾਰੇ ਜਾਣੇ ਚੁੱਪ ਕਰ ਗਏ, ਸਾਰਿਆਂ ਨੇ ਨੀਵੀਆਂ ਪਾ ਲੀਆਂ, ਹੁਣ ਕੋਈ ਨਹੀਂ ਉੱਠਿਆ। ਮਹਾਰਾਜ ਕਹਿਣ ਲੱਗੇ ਵਾਹ ਭਾਈ ਬੜੀ ਚੰਗੀ ਗੱਲ ਹੈ, ਜਦੋਂ ਆਖਿਆ ਚਪੇੜ ਮਾਰਨੀ ਹੈ ਸਾਰੇ ਹੀ ਉੱਠ ਪਏ, ਮੈਂ ਨਾ ਪਿੱਛੇ ਰਹਿ ਜਾਵਾਂ, ਮੈਂ ਚਪੇੜ ਮਾਰ ਹੀ ਲਵਾਂ, ਮੈਂ ਗੁਰੂ ਦਾ ਬਚਨ ਮੰਨਣਾ ਹੈ। ਚਲੋ ਉਹ ਬਚਨ ਤੇ ਤੁਸੀਂ ਮੰਨ ਲਿਆ, ਫਿਰ ਤੁਸੀਂ ਆਖਦੇ ਹੋ ਵੀ ਸਾਨੂੰ ਪਾਪ ਵੀ ਨਹੀਂ ਲੱਗਣਾ, ਕਿਉਂ? ਕਿਉਂਕਿ ਅਸੀਂ ਤੇ ਗੁਰੂ ਦੇ ਕਹਿਣ ਤੇ ਮਾਰੀ ਹੈ, ਪਾਪ ਲੱਗੇ ਪੁੰਨ ਲੱਗੇ ਗੁਰੂ ਨੂੰ ਲੱਗੇ, ਅਸੀਂ ਆਪਣੇ ਕੋਲੋਂ ਨਹੀਂ, ਗੁਰੂ ਦਾ ਬਚਨ ਮੰਨਦਿਆਂ ਹੋਇਆ ਇਹ ਕੰਮ ਕੀਤਾ।
ਤੇ ਪਾਤਸ਼ਾਹ ਕਹਿਣ ਲੱਗੇ ਫਿਰ ਹੁਣ ਗੁਰੂ ਦਾ ਬਚਨ ਮੰਨੋ। ਤੁਹਾਡਾ ਗੁਰੂ ਇਹ ਗੱਲ ਕਹਿ ਰਿਹਾ ਵੀ ਆਪਣੀ ਧੀ ਦਾ ਰਿਸ਼ਤਾ ਇਹਨੂੰ ਦੇ ਦਿਓ। ਜਦੋਂ ਇਹ ਬਚਨ ਕੀਤਾ ਤੇ ਸਾਰੇ ਚੁੱਪ ਕਰ ਗਏ, ਨੀਵੀਆਂ ਪਾ ਲੀਆਂ। ਹੁਣ ਕੋਈ ਨਹੀਂ ਉੱਠਿਆ ਕਿ ਮੈਂ ਬਚਨ ਮੰਨ ਲਵਾਂ। ਸਤਿਗੁਰੂ ਦੇਖਦੇ ਪਏ ਹਨ। ਇੱਕ ਸ਼੍ਰੀ ਮੁਖ ਤੇ ਤਪਨਿਓ ਗੁਰ ਕੇ ਬਚ ਸਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਕੋਈ ਨਹੀਂ ਉੱਠਿਆ, ਕਿਸੇ ਨੇ ਬਚਨ ਮੰਨਿਆ। ਤੇ ਸਤਿਗੁਰੂ ਫਿਰ ਕਹਿਣ ਲੱਗੇ, ਕਹਿੰਦੇ ਕੀ ਗੱਲ, ਗੁਰੂ ਦਾ ਇੱਕੋ ਹੀ ਬਚਨ ਮੰਨਣਾ ਸੀ, ਦੂਜਾ ਬਚਨ ਨਹੀਂ ਤੁਹਾਨੂੰ ਮੰਨਣਾ ਆਉਂਦਾ? ਪਹਿਲਾ ਬਚਨ ਤੇ ਮੰਨਿਆ ਵੀ ਚਪੇੜ ਮਾਰਨੀ, ਸਾਰਿਆਂ ਨੇ ਮੰਨਿਆ। ਹੁਣ ਦੂਜਾ ਬਚਨ ਇਹ ਆ ਵੀ ਰਿਸ਼ਤਾ ਕਰ ਦਿਓ। ਹੁਣ ਕੋਈ ਨਹੀਂ ਉੱਠਿਆ। ਮਹਾਰਾਜ ਕਹਿਣ ਲੱਗੇ ਜੇ ਗੁਰੂ ਦੇ ਬਚਨ ਮੰਨਣੇ ਜਾਂ ਤੇ ਫਿਰ ਸਾਰੇ ਹੀ ਬਚਨ ਮੰਨੋ। ਵੀ ਜੇ ਚਪੇੜ ਮਾਰਨ ਵਾਸਤੇ ਆਖਿਆ ਸਾਰਿਆਂ ਨੇ ਮਾਰੀ ਹੈ, ਜੇ ਹੁਣ ਰਿਸ਼ਤਾ ਕਰਨ ਵਾਸਤੇ ਆਖਿਆ ਤੇ ਕੋਈ ਤੇ ਉੱਠ ਕੇ ਆਖੇ ਨਾ ਵੀ ਮਹਾਰਾਜ ਮੈਂ ਬਚਨ ਮੰਨਦਾ। ਹੁਣ ਤੁਸੀਂ ਇਹ ਬਚਨ ਕਿਉਂ ਨਹੀਂ ਮੰਨਿਆ ਹੈ? ਮਾਨੈ ਤਬ ਹੋਏ ਸਿੱਖ ਤਾਂ ਉਰ ਲਿਓ ਵਿਚਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਿੱਖ ਤਦੋਂ ਹੀ ਹੋਏਦਾ ਜਦੋਂ ਗੁਰੂ ਦੇ ਸਾਰੇ ਬਚਨ ਮੰਨੀਏ। ਮਹਾਰਾਜ ਕਹਿਣ ਲੱਗੇ ਤੁਸੀਂ ਆਖਦੇ ਹੋ ਵੀ ਅਸੀਂ ਆ ਗੁਰੂ ਕੇ ਸਿੱਖ, ਅਸੀਂ ਤੇ ਗੁਰੂ ਦਾ ਬਚਨ ਮੰਨਦੇ, ਪਰ ਗੁਰੂ ਦੇ ਸਿੱਖ ਆਪਾਂ ਤਾਂ ਹਾਂ ਜੇ ਆਪਾਂ ਗੁਰੂ ਦੇ ਸਾਰੇ ਬਚਨ ਮੰਨੀਏ। ਇਹ ਨਹੀਂ ਵੀ ਇਸ ਕੰਮ ਦੇ ਵਿੱਚ ਮੇਰਾ ਭਲਾ ਹੈ ਤੇ ਇਹ ਕੰਮ ਮੈਂ ਕਰ ਲਵਾਂ ਤੇ ਮੈਂ ਨਾਲੇ ਆਖਾਂ ਵੀ ਇਹ ਤੇ ਜੀ ਗੁਰੂ ਦਾ ਬਚਨ ਮੈਂ ਮੰਨਿਆ ਹੈ। ਦੂਜੇ ਕੰਮ ਦੇ ਵਿੱਚ ਵੇਖਿਆ ਵੀ ਮੇਰਾ ਬਹੁਤਾ ਫਾਇਦਾ ਕੋਈ ਨਹੀਂ ਹੈ, ਆਖਿਆ ਵੀ ਨਹੀਂ ਨਹੀਂ ਇਹ ਬਚਨ ਮੈਂ ਨਹੀਂ ਮੰਨਾਂਗਾ। ਸੋ ਐਸਾ ਜਿਹੜਾ ਹੈ ਉਹ ਕਰਤੱਵ ਨਹੀਂ ਹੋਣਾ ਚਾਹੀਦਾ। ਜਿਸ ਤਰ੍ਹਾਂ ਕਹਿਣ ਲੱਗੇ ਕੋਈ ਵਿਅਕਤੀ ਨਾ ਪੈਸੇ ਲੈ ਕੇ ਕਿਸੇ ਤੋਂ ਮੁੱਕਰ ਗਿਆ। ਜਦੋਂ ਪੈਸੇ ਲੈ ਕੇ ਮੁੱਕਰਿਆ ਤੇ ਉਸ ਬੰਦੇ ਨੇ ਜਾ ਕੇ ਕਿਸੇ ਸਾਧੂ ਦੇ ਅੱਗੇ ਫਰਿਆਦ ਕੀਤੀ ਕਿ ਇਹ ਮਹਾਤਮਾ ਜੀ ਇਹ ਵਿਅਕਤੀ ਮੇਰੇ ਤੋਂ ਪੈਸੇ ਲੈ ਕੇ ਤੇ ਮੁੱਕਰ ਗਿਆ। ਤੇ ਮਹਾਤਮਾ ਜਿਹੜੇ ਸੰਤ ਸਨ ਉਹਨਾਂ ਨੇ ਬੁਲਾਇਆ, ਉਸ ਨੂੰ ਕਹਿਣ ਲੱਗੇ ਉਹ ਭਾਈ ਤੂੰ ਇਹਦੇ ਪੈਸੇ ਲੈ ਕੇ ਮੁੱਕਰ ਗਿਆ? ਤੇ ਉਹਨੇ ਅੱਗੋਂ ਬਣਿਆ ਤਣਿਆ ਜਵਾਬ ਦਿੱਤਾ, ਕਹਿਣ ਲੱਗਾ ਜੀ ਗੁਰੂ ਨਾਨਕ ਸਾਹਿਬ ਨੇ ਆਖਿਆ ਬਾਣੀ ਵਿੱਚ ਮੈਂ ਤੇ ਉਹ ਬਚਨ ਕਮਾਇਆ। ਤੇ ਮਹਾਤਮਾ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਨੇ ਕੀ ਆਖਿਆ? ਕਹਿਣ ਲੱਗਾ ਵੀ ਮਹਾਰਾਜ ਨੇ ਆਖਿਆ ਕੀਤੇ ਲੈ ਲੈ ਮੁਕਰ ਪਾਹੇ। ਮਹਾਰਾਜ ਇੰਨੇ ਤੂੰ ਦੁਨੀਆ ਵਿੱਚ ਪੈਦਾ ਕੀਤੇ ਵੀ ਕੁਝ ਉਹ ਨੇ ਜਿਹੜੇ ਲੈ ਕੇ ਮੁੱਕਰ ਹੀ ਜਾਂਦੇ ਨੇ, ਤੇ ਮੈਂ ਆਖਿਆ ਵੀ ਉਹ ਬਚਨ ਮੈਂ ਕਮਾ ਲਵਾਂ, ਕਿਤੇ ਪਿੱਛੇ ਨਾ ਰਹਿ ਜਾਵਾਂ, ਉਹਨਾਂ ਵਿੱਚ ਮੇਰੀ ਗਿਣਤੀ ਆ ਜਾ। ਮਹਾਤਮਾ ਕਹਿਣ ਲੱਗੇ ਵਾਹ ਚੰਗਾ ਬਚਨ ਹੈ ਤੂੰ ਕਮਾ ਲਿਆ, ਪਰ ਤੂੰ ਇਹਦੇ ਤੋਂ ਅਗਲਾ ਬਚਨ ਨਹੀਂ ਪੜਿਆ ਵੀ ਅੱਗੇ ਕੀ ਲਿਖਿਆ? ਕੀਤੇ ਮੂਰਖ ਖਾਹੀ ਖਾਹੇ, ਕੀਤੇ ਲੈ ਲੈ ਮੁਕਰ ਪਾਹੇ, ਕੀਤੇ ਮੂਰਖ ਖਾਹੀ ਖਾਹੇ। ਤੂੰ ਅਗਲਾ ਬਚਨ ਨਹੀਂ ਪੜਿਆ ਵੀ ਮੂਰਖਾਂ ਨੂੰ ਫਿਰ ਚੰਗੀਆਂ ਚਪੇੜਾਂ ਵੀ ਮਿਲਦੀਆਂ, ਸਜ਼ਾ ਵੀ ਮਿਲਦੀ ਹੈ, ਤੈਨੂੰ ਉਹ ਬਚਨ ਚੇਤੇ ਨਹੀਂ ਆਇਆ? ਤੂੰ ਉਹਨੇ ਬਣਿਆ ਤਨਿਆ ਜਵਾਬ ਦਿੱਤਾ, ਕਹਿਣ ਲੱਗਾ ਜੀ ਸਾਰਾ ਜਪਜੀ ਸਾਹਿਬ ਮੇਰੇ ਵਾਸਤੇ ਥੋੜੀ ਹੈ, ਮੈਂ ਤੇ ਇੱਕ ਪੰਕਤੀ ਹੈ ਉਹ ਮੈਂ ਪੜ੍ਹ ਲਈ ਹੈ, ਉਹ ਮੈਨੂੰ ਠੀਕ ਲੱਗੀ ਤੇ ਮੈਂ ਕਮਾ ਲਈ ਹੈ। ਹੁਣ ਬਾਕੀ ਜਪਜੀ ਸਾਹਿਬ ਦੇ ਵਿੱਚ ਕੀ ਲਿਖਿਆ ਉਹ ਨਹੀਂ ਮੈਨੂੰ ਪਤਾ, ਔਰ ਨਾ ਮੈਂ ਕਮਾਉਣਾ ਚਾਹੁੰਦਾ। ਸੋ ਐਸੀ ਸਿੱਖ ਦੀ ਹਾਲਤ ਹੈ ਜਿੱਥੇ ਤੇ ਆਪਣਾ ਫਾਇਦਾ ਹੁੰਦਾ ਉੱਥੇ ਗੁਰਬਾਣੀ ਦੀ ਪੰਕਤੀ ਪੜ੍ਹ ਲਓ ਵੀ ਆਹ ਗੁਰਬਾਣੀ ਦੀ ਪੰਕਤੀ ਦਾ ਫਾਇਦਾ ਹੈ, ਵੀ ਇਹਦਾ ਲਾਭ ਮੈਨੂੰ ਹੋ ਰਿਹਾ। ਉੱਥੇ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਸੁਣਾਓ ਵੀ ਆਹ ਜੋ ਮੈਂ ਕੀਤਾ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ। ਜਿੱਥੇ ਵੇਖਿਆ ਵੀ ਨਹੀਂ ਮੈਂ ਗਲਤ ਹਾਂ ਤੇ ਗੁਰਬਾਣੀ ਕੁਝ ਹੋਰ ਕਹਿੰਦੀ ਹੈ, ਫਿਰ ਅੱਗੋਂ ਆਖਦਾ ਵੀ ਸਾਰਾ ਗੁਰੂ ਗ੍ਰੰਥ ਸਾਹਿਬ ਮੇਰੇ ਵਾਸਤੇ ਥੋੜੀ ਹੈ, ਇਹਦੇ ਵਿੱਚੋਂ ਬਾਕੀ ਦੂਜਿਆਂ ਨੂੰ ਵੀ ਸੁਣਾ ਦਿਓ, ਮੈਂ ਬਾਕੀ ਨਹੀਂ ਸੁਣਨਾ ਚਾਹੁੰਦਾ। ਸਤਿਗੁਰੂ ਉਹ ਬਚਨ ਇੱਥੇ ਸੁਣਾਉਂਦੇ ਪਏ ਵੀ ਜਦੋਂ ਤੇ ਤੁਹਾਡਾ ਹੁੰਦਾ ਫਾਇਦਾ ਫਿਰ ਤੁਸੀਂ ਆਖਦੇ ਹੋ ਮੈਂ ਤੇ ਗੁਰੂ ਦਾ ਬਚਨ ਮੰਨਣਾ ਹੀ ਮੰਨਣਾ ਹੈ। ਉਹਦੇ ਵਿੱਚ ਇਹ ਹੁੰਦਾ ਵੀ ਫਾਇਦਾ ਮੇਰਾ ਤੇ ਨਾਮ ਗੁਰੂ ਦਾ। ਜਦੋਂ ਵੇਖਿਆ ਵੀ ਇਹਦੇ ਵਿੱਚ ਮੇਰਾ ਫਾਇਦਾ ਨਹੀਂ ਜਾਂ ਦੂਜੇ ਦਾ ਲਾਭ ਹੈ, ਫਿਰ ਆਖਿਆ ਵੀ ਨਹੀਂ ਇਹ ਤੇ ਮੈਂ ਕਰ ਹੀ ਨਹੀਂ ਸਕਦਾ, ਇਹ ਮੇਰੇ ਕੋਲ ਹੋਣਾ ਹੀ ਨਹੀਂ ਹੈ। ਚੰਗਾ ਪਦਾਰਥ ਮਿਲ ਗਿਆ ਛਕਣ ਵਾਸਤੇ ਤੇ ਫਿਰ ਬਚਨ ਕਰਦਾ ਪ੍ਰਭ ਜੀ ਹੈ ਮਨੋਰਥ ਮੇਰਾ। ਚੰਗੇ ਪਦਾਰਥ ਮਿਲ ਗਏ ਨਾ ਛਕਣ ਵਾਸਤੇ, ਇਹ ਮੇਰੇ ਮਨੋਰਥ ਹੈ, ਇਹ ਚੰਗਾ ਹੋ ਗਿਆ, ਮੈਨੂੰ ਚੰਗੇ ਚੰਗੇ ਭੋਜਨ ਚੰਗੇ ਲੱਗਦੇ, ਤੁਸੀਂ ਇਹ ਮੇਰੇ ਮਨ ਦਾ ਮਨੋਰਥ ਪੂਰਾ ਕੀਤਾ, ਮੇਰੀ ਇੱਛਾ ਪੂਰੀ ਕਰ ਦਿੱਤੀ ਹੈ। ਤੇ ਜੇ ਮੰਨ ਲਓ ਵੀ ਕਿਤੇ ਦਾਲ ਪ੍ਰਸ਼ਾਦਾ ਛਕਣ ਵਾਸਤੇ ਮਿਲ ਜਾਵੇ, ਸੁੱਕਾ ਮਿੱਸਾ ਮਿਲ ਜਾਵੇ, ਚੰਗਾ ਨਾ ਮਿਲੇ, ਤੇ ਫਿਰ ਉਸ ਪ੍ਰਸ਼ਾਦੇ ਦੀ ਥਾਲੀ ਵੱਲ ਵੇਖ ਕੇ ਆਖਦਾ ਔਖੀ ਘੜੀ ਨਾ ਦੇਖਣ ਦੇ ਵੀ ਆ ਔਖਾ ਸਮਾਂ ਮਹਾਰਾਜ ਇਹ ਮੈਨੂੰ ਨਹੀਂ ਚੰਗਾ ਲੱਗਦਾ, ਇਹ ਨਹੀਂ ਸੀ ਵੇਖਣਾ ਮੈਨੂੰ ਚਾਹੀਦਾ। ਭਾਵ ਇਹ ਹੈ ਵੀ ਜਿੱਥੇ ਤੇ ਮੇਰਾ ਉੱਲੂ ਸਿੱਧਾ ਹੁੰਦਾ ਉੱਥੇ ਸਭ ਕੁਝ ਹੀ ਠੀਕ ਹੈ, ਮਰਿਆਦਾ ਵੀ ਠੀਕ ਹੈ, ਗੁਰੂ ਵੀ ਠੀਕ ਹੈ, ਬਾਣੀ ਵੀ ਠੀਕ ਹੈ, ਅਰਦਾਸ ਵੀ ਠੀਕ ਹੈ, ਹੁਕਮਨਾਮਾ ਵੀ ਸਭ ਕੁਝ ਹੀ ਠੀਕ ਹੈ, ਗੁਰੂ ਘਰ ਵੀ ਠੀਕ, ਚੜ੍ਹਦੀ ਕਲਾ ਹੈ। ਜਿੱਥੇ ਮੇਰੀ ਇੱਛਾ ਪੂਰੀ ਨਹੀਂ ਹੋ ਰਹੀ ਉੱਥੇ ਸਭ ਕੁਝ ਹੀ ਗਲਤ ਹੈ, ਨਾ ਹੁਕਮਨਾਮਾ ਠੀਕ ਹੈ, ਨਾ ਅਰਦਾਸ ਕਰਨ ਵਾਲਾ ਬਾਬਾ ਠੀਕ ਹੈ, ਨਾ ਪ੍ਰਸ਼ਾਦ ਠੀਕ ਹੈ,
ਨਾ ਲੰਗਰ ਠੀਕ ਹੈ, ਨਾ ਗੁਰੂ ਘਰ ਠੀਕ, ਫਿਰ ਕੁਝ ਵੀ ਠੀਕ ਨਹੀਂ, ਸਭ ਕੁਝ ਗਲਤ ਹੀ ਹੈ। ਕਾਰਨ ਇਹ ਹੈ ਜੋ ਮੈਂ ਚਾਹੁੰਦਾ ਜੇ ਤੇ ਉਹਦੇ ਮੁਤਾਬਕ ਫਿਰ ਠੀਕ ਹੈ, ਜੋ ਮੈਂ ਨਹੀਂ ਚਾਹੁੰਦਾ ਜੇ ਉਸ ਤੇ ਉਲਟ ਹੈ ਫਿਰ ਕੁਝ ਠੀਕ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਤੁਹਾਡਾ ਸਾਰਿਆਂ ਦਾ ਜੀ ਕਰਦਾ ਸੀ ਵੀ ਸਾਡੇ ਹੱਥਾਂ ਤੇ ਖੁਰਕ ਹੁੰਦੀ ਹੈ ਵੀ ਚਪੇੜਾਂ ਮਾਰੀਏ ਕਿਸੇ ਨੂੰ। ਅਸੀਂ ਆਖਿਆ ਵੀ ਚਪੇੜ ਮਾਰ ਦਿਓ, ਤੁਸੀਂ ਸਾਰੇ ਜਾਣੇ ਛਾਲਾ ਮਾਰ ਕੇ ਉੱਠੇ ਵੀ ਚਲੋ ਨਾਲੇ ਗੁਰੂ ਦਾ ਭਜਨ, ਪੁੰਨ ਦਾ ਪੁੰਨ, ਲਾਭ ਦਾ ਲਾਭ, ਤੁਸੀਂ ਸਾਰਿਆਂ ਨੇ ਚਪੇੜਾਂ ਮਾਰ ਲਈਆਂ। ਪਰ ਹੁਣ ਅਸੀਂ ਭਜਨ ਕਰਦੇ ਹਾਂ ਵੀ ਕੋਈ ਆਪਣੀ ਲੜਕੀ ਦਾ ਰਿਸ਼ਤਾ ਕਰ ਦਿਓ, ਹੁਣ ਤੁਸੀਂ ਸਾਰੇ ਜਾਣੇ ਚੁੱਪ ਕਰਕੇ ਇੱਕ ਦੂਜੇ ਵੱਲ ਵੇਖਦੇ ਪਏ ਵੀ ਦੂਜਾ ਕਰੇ, ਦੂਜਾ ਆਖਦਾ ਦੂਜਾ ਕਰੇ। ਇਹ ਗੁਰੂ ਦੀ ਸਿੱਖੀ ਨਹੀਂ ਹੈ, ਇਹ ਗੁਰੂ ਦਾ ਬਚਨ ਨਹੀਂ ਹੈ, ਇਹ ਕਮਾਈ ਨਹੀਂ ਹੈ, ਇਹ ਕੋਈ ਜੀਵਨ ਨਹੀਂ ਹੈ। बुरे काम को ऊठ खलोया, नाम की बेला पै पै सोया। ऐसी हालत है। महाराज कहन लगे ये इस तरह के कार्य करता है। तुसी काम के सिख हो, सिखी बड़ दूरे। सतगुरु पातशाह महाराज कहन लगे माने तब होए सिख तां, जेड़ा बचन मन लवे वो है गुरु दा सिख। ते गुरु दा बचन हरेक सिख नूं मनना चाहिए। गुरु दा बचन एक नहीं मनना, जिथे मेरा फायदा हो मैं मान लवां, जिथे मेरा नुकसान है मैं आखा भी नहीं ये नहीं मैं मान सकता। गुरु दे बचन सारे ही मनने ने, भावें वो बहुते करड़े बचन होण, भावें वो सौखे बचन होण। गुरु दा बचन एक नहीं, सारे बचन मन, तां गुरु दी खुशी है। एक बचन मनण दे नाल ते बाकी बचन छड्ड देण दे नाल गुरु दी खुशी प्राप्त नहीं हुंदी है। गुरु दी खुशी सारे बचन मनन विच है, ये महाराज कहंदे हन। लेहो बिचारे ते सतगुरु पातशाह कहन लगे इस गल नूं चंगी तरह अपने मन दे विच विचार लवो, सोच लवो भी जे ते गुरु दी खुशी लैनी है, आपां सारे बैठे गुरु दी खुशी लैनी है, फिर ते सारे बचन ही मनने पैणगे। ਅੰਮ੍ਰਿਤ ਵੇਲੇ ਉੱਠਣ ਦਾ, ਨਾਮ ਜਪਣ ਦਾ, ਗੁਰੂ ਧਾਰਨ ਕਰਨ ਦਾ, ਸਿੱਖੀ ਕਮਾਉਣ ਦਾ, ਸਾਰੇ ਬਚਨ ਮੰਨਣੇ ਪੈਣਗੇ। ਜੇ ਗੁਰੂ ਨੂੰ ਨਹੀਂ ਪ੍ਰਾਪਤ ਕਰਨਾ ਹੈ ਤੇ ਫਿਰ ਸੌਖਾ ਜਿਹਾ ਬਚਨ ਜਿਹੜਾ ਮੈਨੂੰ ਚੰਗਾ ਲੱਗਦਾ ਉਹ ਮੈਂ ਕਮਾ ਲਵਾਂ, ਬਾਕੀ ਮੈਂ ਛੱਡ ਦੇਵਾਂ। ਕਹਿੰਦੇ ਇਸ ਤਰ੍ਹਾਂ ਨਹੀਂ ਆ ਭਾਈ, ਜੇ ਗੁਰੂ ਦੀ ਪ੍ਰਾਪਤੀ ਕਰਨੀ ਚਾਹੁੰਦੇ, ਗੁਰੂ ਦੀ ਖੁਸ਼ੀ ਲੈਣੀ ਚਾਹੁੰਦੇ ਤੇ ਫਿਰ ਸਾਰੇ ਬਚਨ ਜਿਹੜੇ ਉਹ ਮੰਨਣੇ ਚਾਹੀਦੇ ਹਨ। ਤੁਸੀਂ ਕਾਮ ਕੇ ਸਿੱਖ ਹੋ, ਸਿੱਖੀ ਬੜ ਦੂਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਸੀਂ ਆਪਣੇ ਕੰਮ ਦੇ ਸਿੱਖ ਹੋ। ਕੰਮ ਤੋਂ ਭਾਵ ਹੁੰਦਾ ਵੀ ਮਤਲਬ ਦੇ। ਆਪਾਂ ਸਾਰੇ ਮਤਲਬ ਦੇ ਸਿੱਖ ਹੀ ਹਾਂ। ਜੇ ਤੇ ਆਪਾਂ ਨੂੰ ਕੁਝ ਮਿਲਦਾ ਪਿਆ ਤੇ ਫਿਰ ਤਾਂ ਆਪਾਂ ਸਾਰੇ ਹੀ ਸਿੱਖ ਹਾਂ। ਮੰਨ ਲਓ ਕੋਈ ਜ਼ਰੂਰੀ ਕੰਮ ਜ਼ਿੰਦਗੀ ਵਿੱਚ ਬਣ ਗਿਆ ਹੈ, ਕੋਈ ਮੁਸੀਬਤ ਪੈ ਗਈ ਹੈ, ਫਿਰ ਆਪਾਂ ਤੜਕੇ ਵੀ ਉਠਾਂਗੇ, ਘਰੋਂ ਵੀ ਦੇਗ ਬਣਾ ਕੇ ਲਿਆਵਾਂਗੇ, ਨੰਗੇ ਪੈਰੀ ਵੀ ਚੱਲ ਕੇ ਆਵਾਂਗੇ, ਅੰਮ੍ਰਿਤ ਵੇਲੇ ਜਾਗ ਵੀ ਜ਼ਰੂਰ ਆਵੇਗੀ, ਬਿਨਾਂ ਅਲਾਰਮ ਤੋਂ ਹੀ ਉਠਾਂਗੇ ਵੀ ਮੇਰਾ 40 ਦਿਨ ਮੈਂ ਗੁਰਦੁਆਰੇ ਜਾਣਾ ਹੈ, ਇਹ ਮੇਰਾ ਨਾਗਾ ਨਹੀਂ ਪੈਣਾ ਚਾਹੀਦਾ। ਭੱਜੇ ਆਵਾਂਗੇ, 40 ਦਿਨ ਹਾਜ਼ਰੀ ਵੀ ਭਰਾਂਗੇ, ਇਸ਼ਨਾਨ ਵੀ ਕਰਾਂਗੇ, ਨਿਤਨੇਮ ਵੀ ਕਰਾਂਗੇ, ਅਰਦਾਸ ਵੀ ਕਰਾਂਗੇ, ਸਾਰਾ ਕੁਝ ਹੀ ਕਰਾਂਗੇ ਕਿਉਂਕਿ ਸਾਨੂੰ ਮਤਲਬ ਹੈ। ਤੇ ਜਿਸ ਦਿਨ ਉਹ ਮਤਲਬ ਪੂਰਾ ਹੋ ਗਿਆ, ਜਿਸ ਦਿਨ ਸਾਡਾ ਕੰਮ ਬਣ ਗਿਆ, ਮੰਨ ਲਓ ਕਿਸੇ ਦੀ ਇੱਛਾ ਇਹ ਹੈ ਕਿ ਮੈਂ ਬਾਹਰ ਜਾਣਾ, ਵਿਦੇਸ਼ ਜਾਣਾ, ਮੇਰਾ ਵੀਜ਼ਾ ਲੱਗ ਜਾਵੇ, ਉਹਨੇ ਦਿਨ ਉਹ ਪਾਠ ਵੀ ਕਰੇਗਾ, ਨਿਤਨੇਮ ਵੀ ਕਰੇਗਾ, ਅਰਦਾਸ ਵੀ ਕਰੇਗਾ, ਸੰਗਤ ਵਿੱਚ ਵੀ ਆਵੇਗਾ, ਝਾੜੂ ਵੀ ਫੇਰੇਗਾ, ਪੋਚਾ ਵੀ ਲਾਵੇਗਾ, ਭਾਂਡੇ ਵੀ ਮਾਂਜੇਗਾ, ਸਾਰੇ ਕੰਮ ਹੀ ਕਰੇਗਾ। ਮੈਂ ਤੇ ਗੁਰੂ ਦਾ ਸਿੱਖ ਹਾਂ। ਪਰ ਜਿਸ ਦਿਨ ਵੀਜ਼ਾ ਲੱਗ ਗਿਆ, ਮੰਨ ਲਓ ਖਬਰ ਮਿਲ ਗਈ, ਫੋਨ ਆ ਗਿਆ ਵੀ ਭਾਈ ਤੇਰਾ ਵੀਜ਼ਾ ਲੱਗ ਗਿਆ, ਅਗਲੇ ਦਿਨ ਬੰਦਾ ਉਹ 4 ਵਜੇ ਨਹੀਂ ਉੱਠੇਗਾ, ਅਗਲੇ ਦਿਨ ਫਿਰ 8 ਵਜੇ ਉੱਠੇਗਾ ਵੀ ਮੇਰਾ ਕੰਮ ਤੇ ਹੋ ਗਿਆ, ਹੁਣ ਮੈਂ ਗੁਰੂ ਤੋਂ ਕੀ ਲੈਣਾ। ਅਗਲੇ ਦਿਨ ਫਿਰ ਗੁਰੂ ਕੋਲ ਆਉਣਾ ਵੀ ਔਖਾ ਲੱਗਣਾ, ਫਿਰ ਇਸ਼ਨਾਨ ਕਰਨਾ ਵੀ ਔਖਾ ਲੱਗਣਾ, ਫਿਰ ਅਰਦਾਸ ਕਰਨੀ ਵੀ ਔਖੀ ਲੱਗਣੀ, ਫਿਰ ਸਾਰਾ ਕੁਝ ਹੀ ਔਖਾ ਲੱਗਣਾ। ਸਤਿਗੁਰੂ ਕਹਿਣ ਲੱਗੇ ਤੁਸੀਂ ਮਤਬਲ ਦੇ ਸਿੱਖ ਹੋ। ਜਿੱਦਣ ਤੇ ਪੈ ਜਾਂਦਾ ਕੰਮ ਉਦਣ ਤੇ ਗੁਰੂ ਸਾਡਾ ਤੇ ਅਸੀਂ ਗੁਰੂ ਦੇ, ਫਿਰ ਤੇ ਸਾਰੀਆਂ ਸਫਾਈਆਂ, ਸੇਵਾਵਾਂ, ਮਰਿਆਦਾ, ਸ਼ਰਧਾ ਸਭ ਚੇਤੇ ਆ ਜਾਂਦੀ। ਤੇ ਜਿੱਦਣ ਹੋ ਗਿਆ ਕੰਮ, ਮਤਲਬ ਗਿਆ ਨਿਕਲ, ਉਦਣ ਫਿਰ ਕੌਣ ਗੁਰੂ, ਕਿਹੜੀ ਮਰਿਆਦਾ, ਕਿਹੜੀ ਬਾਣੀ, ਕਿਹੜਾ ਬਾਣੀ ਪੜਨ ਵਾਲਾ, ਉਦਣ ਸਭ ਕੁਝ। ਕਿਉਂਕਿ ਕਾਮ ਪਰੈ ਤੇ ਸਿਮਰੀਐ, ਸਾਨੂੰ ਪੈ ਜਾਵੇ ਕੰਮ ਤੇ ਸਾਨੂੰ ਰੱਬ ਚੇਤੇ ਆਉਂਦਾ ਹੈ। ਪਰ ਜਿੱਦਣ ਸਾਡਾ ਕੰਮ ਗਿਆ ਨਿਕਲ, ਮਤਲਬ ਹੋ ਗਿਆ ਪੂਰਾ, ਉਸ ਦਿਨ ਫਿਰ ਸਾਨੂੰ ਗੁਰੂ ਭੁੱਲ ਜਾਂਦਾ। ਕਾਮ ਪਰੈ ਤੇ ਸਿਮਰੀਐ, ਐਸਾ ਸਿਮਰੋ ਨਿਤ
ਜਿਵੇਂ ਕੰਮ ਪੈਣ ਤੇ ਰੱਬ ਨੂੰ ਚੇਤੇ ਕਰਦੇ ਹੋ, ਇਸ ਤਰ੍ਹਾਂ ਜ਼ਿੰਦਗੀ ਵਿੱਚ ਰੋਜ਼ਾਨਾ ਹੀ ਚੇਤੇ ਕਰੋ। ਅਮਰਾਪੁਰ ਵਾਸਾ ਕਰੋ, ਸੱਚਖੰਡ ਦੇ ਵਾਸੀ ਬਣ ਜਾਓਗੇ। ਇਸ ਤਰ੍ਹਾਂ ਦੀ ਪ੍ਰਾਪਤੀ ਹੋਵੇਗੀ। ਸਤਿਗੁਰੂ ਕਹਿਣ ਲੱਗੇ, ਭਾਈ ਤੁਸੀਂ ਮਤਬਲ ਦੇ ਸਿੱਖ ਹੋ, ਸਿੱਖ ਨਹੀਂ ਹੋ ਤੁਸੀਂ, ਮਤਬਲ ਵਾਸਤੇ ਕੰਮ ਦੇ ਹੀ ਹੋ, ਵੀ ਇੱਥੋਂ ਕੰਮ ਪੂਰਾ ਹੁੰਦਾ। ਕਿਸੇ ਬਚਨ ਲਿਖਿਆ ਨਾ, ਕਹਿਣ ਲੱਗੇ, ਦਾਦੂ ਦੁਨੀਆ ਬਾਵਰੀ ਕਹੇ ਚਾਮ ਕੋ ਰਾਮ, ਪੂਛ ਮਰੋੜੇ ਬੈਲ ਕੀ ਕਾਢੇ ਆਪਣਾ ਕਾਮ। ਜਦੋਂ ਪਹਿਲਾਂ ਲੋਕ ਬਲਦਾਂ ਨੂੰ ਹਲਾਂ ਤੇ ਜੋੜਦੇ ਨਾ, ਰੇੜੇ ਤੇ ਜੋੜਦੇ, ਗੱਡੇ ਤੇ ਜੋੜਦੇ, ਤੇ ਜੇ ਕੋਈ ਬਲਦ ਦੀ ਪੂਛ ਮਰੋੜਦਾ ਤੇ ਉਹ ਪੂਛ ਮਰੋੜਨ ਪਿੱਛੇ ਵੀ ਆਪਣਾ ਪ੍ਰਯੋਜਨ ਹੈ, ਮਤਲਬ ਹੈ ਆਪਣਾ, ਵੀ ਇਹ ਥੋੜਾ ਕਾਹਲੀ ਛੇਤੀ ਤੁਰੇ ਤੇ ਹਲ ਛੇਤੀ ਵਾਹ ਦੇਵੇ, ਗੱਡਾ ਖਿੱਚ ਕੇ ਛੇਤੀ ਲੈ ਜਾਵੇ, ਮੇਰਾ ਟਾਈਮ ਬਚੇ। ਦਾਦੂ ਨੇ ਲਿਖਿਆ, ਕਹਿਣ ਲੱਗੇ, ਦੁਨੀਆ ਦੇ ਭਾਈ ਕੰਮ ਦੀ ਮਤਲਬ ਹੈ। ਜੇ ਕੰਮ ਹੈ ਬਲਦ ਦੇ ਨਾਲ, ਬਲਦ ਦੇ ਨਾਲ, ਤੇ ਉਹਨੂੰ ਹਰਾ ਚਾਰਾ ਪਾਇਆ ਜਾਂਦਾ, ਤੂੜੀ ਵੰਡ ਪਾਏ ਜਾਂਦੇ, ਉਹਨੂੰ ਖੁਰਾਕ ਪਾਈ ਜਾਂਦੀ ਹੈ, ਕਿਉਂਕਿ ਉਹਦੇ ਕੋਲੋਂ ਕੰਮ ਲੈਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਨੂੰ ਵੀ ਕੰਮ ਲੈਣ ਵਾਸਤੇ ਸਿੱਖ ਯਾਦ ਕਰੇ ਤੇ ਕੰਮ ਤੋਂ ਬਾਅਦ ਯਾਦ ਨਾ ਕਰੇ, ਫਿਰ ਉਹ ਮਤਲਬੀ ਸਿੱਖ ਹੈ। ਹੁਣ ਮਹਾਰਾਜ ਬਚਨ ਕਰਦੇ ਵੀ ਕੋਈ ਸਿੱਖ ਉੱਠੋ, ਉੱਠ ਕੇ ਤੇ ਆਪਣੀ ਧੀ ਦਾ ਰਿਸ਼ਤਾ ਇਹਨੂੰ ਦਿਓ ਜਿਹਨੂੰ ਚਪੇੜਾ ਮਾਰੀਆਂ। ਮਹਾਰਾਜ ਬਚਨ ਕਰਦੇ ਪਏ। ਹੁਣ ਆਪਾਂ ਇਹ ਵੇਖਣਾ ਵੀ ਸੰਗਤ ਵਿੱਚੋਂ ਕੋਈ ਉੱਠਦਾ ਇਹ ਬਚਨ ਮੰਨਣ ਵਾਸਤੇ ਵੀ ਮੈਂ ਰਿਸ਼ਤਾ ਦਿੰਦਾ, ਕਿ ਜਾਂ ਨਹੀਂ ਕੋਈ ਉੱਠਦਾ ਹੈ। ਗੁਰੂ ਪਾਤਸ਼ਾਹ ਫਿਰ ਅੱਗੇ ਕੀ ਉਪਦੇਸ਼ ਦੇਣਗੇ, ਆਪਾਂ ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖੈ ਕਤਹਿ ਨਾ ਛੁਟਿਐ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼ਾਮ ਦੇ ਦੀਵਾਨ ਦਾ ਸਮਾਂ ਜਿਹੜਾ ਹੈ ਉਹ 15 ਮਿੰਟ ਬਦਲਿਆ ਗਿਆ ਹੈ। ਹੁਣ ਕਥਾ ਜੋ ਹੈ 7:30 ਤੋਂ 8:15 ਵਜੇ ਤੱਕ ਹੋਇਆ ਕਰੇਗੀ, ਅਤੇ ਰਹਿਰਾਸ ਸਾਹਿਬ ਜੀ ਦੇ ਪਾਠ 6:15 ਵਜੇ ਸ਼ੁਰੂ ਹੋਇਆ ਕਰਨਗੇ। ਇਹ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।